पंजाब दे विच हड़ां दी त्रासदी है जिउं दी त्यों बरकरार है। हालांकि धुप्प जिहड़ी है चढ़ रही है किते ना किते, पर बदलवाई भी जिहड़ी नाल दी नाल लगातार बनी हुई है ते मींह दा खतरा जिहड़ा लगातार ਬਣਿਆ ਰਹਿੰਦਾ। ਪਿਛਲੀ ਰਾਤ ਵੀ ਜਲੰਧਰ ਆਸੇ ਪਾਸੇ ਦੇ ਖੇਤਰਾਂ ਵਿੱਚ ਵੀ ਭਾਰੀ ਮੀਂਹ ਪਿਆ, ਜਿਹਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਪ੍ਰਕੋਪ ਆ ਇਹ ਹਲੇ ਘਟਦਾ ਨਜ਼ਰ ਨਹੀਂ ਆ ਰਿਹਾ। ਪਰ ਨਾਲ ਦੀ ਨਾਲ ਕੁਝ ਸੰਤੁਸ਼ਟੀਜਨਕ ਖਬਰਾਂ ਆ ਰਹੀਆਂ ਨੇ। ਪਹਿਲਾਂ ਗੱਲ ਹੋ ਰਹੀ ਸੀ ਕਿ ਪੰਜਾਬ ਦੇ ਵਾਸਤੇ ਇੱਕ ਖਤਰਾ ਮੰਡਰਾ ਰਿਹਾ ਸੀ ਵੱਡਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਕਹਿੰਦੇ ਪਾਣੀ ਛੱਡ ਦੇਣਾ ਜੀ, ਪਾਣੀ ਛੱਡ ਰਿਹਾ ਜੀ, ਪਾਣੀ ਦੀ ਤਿਆਰੀ ਕਰ ਲਈ ਛੱਡਣ ਦੀ। ਪਰ ਹੁਣ ਖਬਰ ਆ ਗਈ ਹੈ कि अगले 3 दिनों तक हले वो भाखड़ा ब्यास मैनेजमेंट बोर्ड जिहड़ा वो पानी नहीं छड्डेगा। किवें देखदे हो कमर मंजिल जी इस खबर नूं? संधू साहब बड़ी राहत वाली खबर है और वाकई जिस तरीके नाल पंजाब दा बड़ा भारी नुकसान हो गया, पर इहदे विच कुछ सवाल खड़े हुंदे ने। ਜਦੋਂ मौसम विभाग ਵੱਲੋਂ अलर्ट जारी ਕੀਤੇ ਜਾ ਰਹੇ ਸੀ, कदी येलो अलर्ट, कदी ऑरेंज अलर्ट ते कदी रेड अलर्ट, ਤੇ ਮੈਂ ਇਹ ਦੇਖ ਰਿਹਾ ਕਿ ਪੰਜਾਬ ਸਰਕਾਰ ਨੇ ਕੋਈ ਹਾਈ ਪਾਵਰ ਕਮੇਟੀ ਨਹੀਂ ਬਣਾਈ, ਕੋਈ ਮੀਟਿੰਗ ਨਹੀਂ ਸੱਦੀ ਅਫਸਰਾਂ ਦੀ ਜਿਹਦੇ ਦੀ ਰੋਕਥਾਮ ਵਾਸਤੇ ਜੋ ਪ੍ਰਬੰਧ ਕਰਨੇ ਸੀਗੇ ਉਹ ਜਿਹਾ ਕੋਈ ਪ੍ਰਬੰਧ ਜਿਹੜਾ ਵਾ ਪੰਜਾਬ ਸਰਕਾਰ ਦਾ ਨਦਾਰਦ ਨਜ਼ਰ ਆਇਆ। ਅਗਰ ਰਹਿੰਦੇ ਸਮਿਆਂ ਜਦੋਂ ਸਾਨੂੰ ਸੂਚਨਾ ਮਿਲ ਗਈ ਸੀ ਕਿ ਮੌਸਮ ਖਰਾਬ ਹੋਣ ਵਾਲਾ ਤੇ ਸਾਨੂੰ ਉਹਦੇ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ ਸੀ, ਜਿਹੜਾ ਕਿ ਪੰਜਾਬ ਸਰਕਾਰ ਇਹਦੇ ਵਿੱਚ ਬਿਲਕੁਲ ਅਸਫਲ ਨਜ਼ਰ ਆਈ ਆ। ਅਗਰ ਪ੍ਰਬੰਧਾਂ ਨੂੰ ਮੌਕੇ ਤੇ ਸਾਂਭਿਆ ਜਾਂਦਾ ਜਾਂ ਪਹਿਲਾਂ ਹੀ ਇਹ ਪ੍ਰਬੰਧ ਕਰ ਲਏ ਜਾਂਦੇ ਸ਼ਾਇਦ ਇੰਨੀ ਤਰਾਸਦੀ ਨਾ ਵਾਪਰਦੀ, ਕੁਝ ਨੁਕਸਾਨ ਘਟ ਜਾਂਦਾ। ਪਰ ਚਲੋ ਜੋ ਹੋਣਾ ਸੀ ਉਹ ਹੋ ਗਿਆ। ਇਹ ਇਸ ਤਰਾਸਦੀ ਦੇ ਵਿੱਚ ਇੱਕ ਸੁੱਖ ਦੀ ਖਬਰ ਆਈ ਆ ਕਿ 3 ਦਿਨ ਵਾਸਤੇ ਭਾਖੜੇ ਦਾ ਪਾਣੀ ਵੀ ਨਹੀਂ ਛੱਡਿਆ ਜਾਏਗਾ ਔਰ ਕੁਝ ਮੌਸਮ ਵਿਭਾਗ ਨੇ ਵੀ ਇੰਟੀਮੇਸ਼ਨ ਦਿੱਤੀ ਆ ਕਿ ਕੁਝ ਮੌਸਮ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਔਰ ਬਹੁਤ ਤਰਾਸਦੀ ਦੀ ਗੱਲ ਹੈ। ਪੰਜਾਬ ਸਰਕਾਰ ਨੂੰ ਇਹਦੇ ਪ੍ਰਬੰਧ ਕਰਨੇ ਚਾਹੀਦੇ ਸੀਗੇ ਜੀ। ਮਿੰਦਰੋ ਜੀ, ਪੰਜਾਬ ਸਰਕਾਰ ਜਿਹੜੀ ਆ ਉਹ ਜਿਵੇਂ ਵੀ ਆ, ਭਾਵੇਂ ਕਮਰ ਮੰਜ਼ਲ ਜੀ ਨੇ ਕਿਹਾ ਕਿ ਉਹ ਲੇਟ ਉਹਨੇ ਕੰਮ ਸ਼ੁਰੂ ਕੀਤੇ ਨੇ, ਪਰ ਦੇਖਿਆ ਜਾਵੇ ਦੂਜੇ ਪਾਸੇ ਇਹ ਪਹਿਲੀ ਵਾਰ ਸ਼ਾਇਦ ਧਿਆਨ 'ਚ ਇਹ ਗੱਲ ਆ ਰਹੀ ਹੈ ਕਿ ਜਿਸ ਕਮਿਟਮੈਂਟ ਨਾਲ ਭਗਵੰਤ ਮਾਨ ਗੱਲ ਕਰਦੇ ਨੇ, ਜਿਸ ਕਮਿਟਮੈਂਟ ਨਾਲ ਚੱਲਦੇ ਨੇ, ਉਸ ਤਰੀਕੇ ਨਾਲ ਲੱਗਦਾ ਕਿ ਪੰਜਾਬ ਦੇ ਲਈ ਕਮੀ ਕੋਈ ਨਹੀਂ ਹੈ। ਕਿਉਂਕਿ ਹੁਣ ਉਹਨਾਂ ਦਾ ਬਿਆਨ ਆ ਗਿਆ ਕਿ ਬਾਰਿਸ਼ ਨਾਲ ਜਿੰਨਾ ਵੀ ਨੁਕਸਾਨ ਹੋਇਆ ਉਹਦੇ ਇੱਕ ਪੈਸੇ ਦੀ ਜਿਹੜੀ ਆ ਭਰਪਾਈ ਜਿਹੜੀ ਕੀਤੀ ਜਾਊ। ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਹ ਗੱਲ ਬਿਲਕੁਲ ਠੀਕ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਣਾ ਦੀ ਸਮੁੱਚੀ ਟੀਮ ਦੇ ਵੱਲੋਂ ਬੜੀ ਸ਼ਿੱਦਤ ਦੇ ਨਾਲ ਫੀਲਡ ਦੇ ਵਿੱਚ ਜਾ ਕੇ, ਬਾੜ ਗ੍ਰਸਤ ਏਰੀਆ ਦੇ ਵਿੱਚ ਜਾ ਕੇ ਔਰ ਜਿੱਥੇ ਜਿੱਥੇ ਵੀ ਜ਼ਰੂਰਤ ਸਮਝਦੇ ਆ ਹਰ ਇਲਾਕੇ ਦੇ ਜਿਹੜੇ ਨੁਮਾਇੰਦੇ ਆ ਉਹ ਉਹਨਾਂ ਦੇ ਲੋਕਾਂ ਦੇ ਨਾਲ ਜਾ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਸਰਕਾਰੀ ਤੰਤਰ ਨੂੰ ਵੀ ਇਸ ਵਾਰ ਜਿਹੜਾ ਬਹੁਤ ਮਜ਼ਬੂਤੀ ਦੇ ਨਾਲ ਫੀਲਡ ਦੇ ਵਿੱਚ ਉਤਾਰਿਆ ਹੋਇਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਆ ਕਿ ਬਹੁਤ ਸਾਰੇ ਨੁਮਾਇੰਦੇ ਜਿਹੜੇ ਹੈ ਉਹ ਹੈ ਜਿਨ੍ਹਾਂ ਨੂੰ ਰਾਜਨੀਤੀ ਦਾ ਔਰ ਜ਼ਮੀਨੀ ਪੱਧਰ ਦਾ ਗਿਆਨ ਜਿਹੜਾ ਆ ਉਹ ਉਸ ਲੈਵਲ ਦਾ ਨਹੀਂ ਹੈ, ਕਿਉਂਕਿ ਰਾਜਨੀਤਿਕ ਸਫ਼ਰ ਜਿਹੜੇ ਆ ਉਹਨਾਂ ਦੇ ਜ਼ਿਆਦਾ ਲੰਬੇ ਨਹੀਂ ਰਹੇ ਹੋਏ ਜੀ। ਤੇ ਲੇਕਿਨ ਉਹਦੇ ਕਰਕੇ ਪਿਛਲਾ ਮੌਨਸੂਨ ਬੜਾ ਹਲਕੇ ਫੁਲਕੇ ਦੇ ਵਿੱਚ ਨਿਕਲ ਗਿਆ ਸੀ। ਇਹ ਇਹਨਾਂ ਦਾ ਪਹਿਲਾ ਉਹ ਮੌਨਸੂਨ ਹੈ ਜਿਸ ਦੇ ਵਿੱਚ ਜਿਹੜਾ ਆ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਔਰ ਪੰਜਾਬ ਦੇ ਵਿੱਚ ਬਾਰਿਸ਼ ਭਾਵੇਂ ਘੱਟ ਹੋਈ ਹੈ ਲੇਕਿਨ ਜਿੰਨੀ ਵੀ ਹੋਈ ਆ ਉਹ ਵੀ ਉਸ ਬਾਰਿਸ਼ ਦੇ ਨਾਲ ਜੁੜ ਕੇ ਹਿਮਾਚਲ ਦੀ ਬਾਰਿਸ਼ ਦਾ ਜਿੰਨਾ ਵੀ ਪਾਣੀ ਆ ਉਹ ਡੈਮਾਂ ਦੇ ਵਿੱਚ ਇਕੱਠਾ ਹੋਇਆ। ਡੈਮਾਂ ਨੂੰ ਮਜਬੂਰੀ ਹੋ ਗਈ ਕਿ ਜੇ ਉਹ ਪਾਣੀ ਰੋਕਦੇ ਆ ਤਾਂ ਡੈਮ ਓਵਰਫਲੋ ਹੋ ਸਕਦੇ ਸੀ। ਅਗਰ ਓਵਰਫਲੋ ਹੁੰਦੇ ਤਾਂ ਉਹ ਪਾਣੀ ਆਪਣੀ ਮਰਜ਼ੀ ਨਾਲ ਜਾਂਦਾ ਤਾਂ ਇਹਨਾਂ ਨੂੰ ਪਾਣੀ ਛੱਡਣੇ ਪਏ ਤੇ ਉਹਦੇ ਕਾਰਨ ਜਿਸ ਇਲਾਕੇ 'ਚ ਵੀ ਜਿਹੜਾ ਬਾੜ ਜੈਸਾ ਮਾਹੌਲ ਬਣਿਆ ਉੱਥੇ ਬੜੀ ਸ਼ਿੱਦਤ ਦੇ ਨਾਲ ਜਿਹੜਾ ਆਮ ਆਦਮੀ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਔਰ ਸਰਕਾਰੀ ਤੰਤਰ ਦਾ ਜਿਹੜਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ। ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਗੱਲ ਹੈ ਤਾਂ ਕਿ ਇੱਕ ਵਾਰੀ ਕਿਸੇ ਕੰਮ ਦੀ ਆਦਤ ਪੈ ਜਾਵੇ ਫਿਰ ਉਹ ਜਿਹੜੀ ਹੈ ਆਦਤ ਵਧੀਆ ਤਰੀਕੇ ਨਾਲ ਚੱਲਦੀ ਰਹਿਣੀ ਆ। ਬਾਕੀ ਹੁਣ ਮਾਹੌਲ ਜਿਹੜਾ ਹੈ ਪੰਜਾਬ ਦੇ ਵਿੱਚ ਕਾਫੀ ਸੁਖਾਵਾਂ ਹੋ ਜਾਣਾ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਬਰਸਾਤ ਦੀ ਮਾਰ ਪੈ ਰਹੀ ਸੀ, ਜਿਹੜੀ ਬਾੜ ਗ੍ਰਸਤ ਇਲਾਕੇ ਬਣ ਰਹੇ ਸੀ ਉਹਨਾਂ ਦੇ ਵਿੱਚ ਵੀ ਮਾਹੌਲ ਨਾਰਮਲ ਹੋ ਰਿਹਾ ਤੇ ਅੱਗੇ ਵੀ ਮੌਸਮ ਵੀ ਸਾਫ਼ ਹੋ ਰਿਹਾ ਤੇ ਉਸ ਦੇ ਨਾਲ ਹਿਮਾਚਲ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬਾਰਿਸ਼ ਘੱਟ ਹੋਣ ਨਾਲ ਸਾਰਾ ਕੁਝ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਜਲਦੀ
ਨਾਰਮਲ ਹੋ ਜਾਏਗਾ। ਤੇ ਠੀਕ ਹੈ, ਕੰਮ ਕੁਝ ਲੇਟ ਹੋਏ ਪਰ ਜਿਹੜਾ ਹੋ ਗਿਆ, ਅੱਗੇ ਨੂੰ ਧਿਆਨ ਰੱਖਣਗੇ, ਹੋ ਜਾਏਗਾ। ਜੀ ਕੰਵਰ ਮੰਜ਼ਲ ਜੀ, ਇੱਕ ਨਵਾਂ ਨਵੇਕਲਾ ਸ਼ਗੂਫਾ ਜਿਹਾ ਲੱਗਦਾ ਕੱਢ ਮਾਰਿਆ, ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਕਹਿੰਦੇ ਜਨ ਵਿਸ਼ਵਾਸ ਬਿੱਲ, ਜਨ ਵਿਸ਼ਵਾਸ ਵਿਧੇਇਕ, ਉਹਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਕਹਿੰਦੇ ਜਿਹੜੀਆਂ ਛੋਟੀਆਂ ਮੋਟੀਆਂ ਗੜਬੜੀਆਂ ਜਿਹੜੀਆਂ ਹੋਣਗੀਆਂ ਹੁਣ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਣਗੀਆਂ। ਇਹ ਕੀ ਹੈ ਕਿ ਛੋਟੀ ਮੋਟੀ ਠੱਗੀ ਕੋਈ ਮਾਰ ਸਕਦਾ? ਕਿਵੇਂ ਦੇਖਦੇ ਹੋ, ਕੀ ਖਬਰ ਹੈ ਤੁਹਾਡੀ? ਸੰਧੂ ਸਾਹਿਬ, ਮੈਂ ਬੇਨਤੀ ਕਰਾਂ, ਇਹ ਠੱਗੀਆਂ ਮਾਰਨ ਵਾਸਤੇ ਨਹੀਂ ਆ, ਕੋਈ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ। ਪਹਿਲਾਂ ਕੀ ਹੁੰਦਾ ਸੀਗਾ, ਕੋਈ ਨਿੱਕੀ ਜਿਹੀ ਵੀ ਸਾਡੇ ਕੋਲ ਮਿਸਟੇਕ ਹੋ ਜਾਂਦੀ ਸੀ, ਕੋਈ ਟੈਕਸ ਨੂੰ ਭਰਨ ਲੱਗਿਆ ਜਾਂ ਕੋਈ ਵੀ ਇਸ ਤਰੀਕੇ ਦਾ ਸਰਕਾਰੀ ਕੰਮਕਾਰ ਦੇ ਵਿੱਚ, ਤੇ ਉਹਨੂੰ ਅਪਰਾਧ ਦੀ ਸ਼ਾਖਾ 'ਚ ਰੱਖ ਕੇ ਸਜ਼ਾ ਦਾ ਪ੍ਰਾਵਧਾਨ ਜਿਹੜਾ ਰੱਖਿਆ ਹੁੰਦਾ ਸੀਗਾ। ਛੋਟੀਆਂ ਮੋਟੀਆਂ 100, 200, 500 ਰੁਪਏ ਦੀ ਗਲਤੀ ਨੂੰ ਵੀ ਉਹ ਸਜ਼ਾ ਦੇ ਪ੍ਰਾਵਧਾਨ ਦੇ ਵਿੱਚ ਲੈ ਜਾਂਦੇ ਸੀਗੇ। ਬਟ ਉਹਦੇ ਵਿੱਚ ਕੇਂਦਰ ਸਰਕਾਰ ਨੇ ਕੋਰਟਾਂ ਦਾ ਬੋਝ ਖਤਮ ਕਰਨ ਵਾਸਤੇ ਔਰ ਲੋਕਾਂ ਨੂੰ ਵੀ ਸੁਖਾਵਾਂ ਮਾਹੌਲ ਦੇਣ ਵਾਸਤੇ ਉਹਦੇ ਵਿੱਚ ਜੁਰਮਾਨੇ ਦਾ ਪ੍ਰਾਵਧਾਨ ਲੈ ਆਂਦਾ ਵਾ। ਉਹਦੇ 'ਚ ਸਜ਼ਾ ਦਾ ਪ੍ਰਾਵਧਾਨ ਖਤਮ ਕਰਕੇ ਕੋਈ 100, 200, 500, 1000, 2000 ਦੀ ਅਗਰ ਕੋਈ ਮਿਸਟੇਕ ਕਿਸੇ ਕੋਲੋਂ ਹੋ ਜਾਂਦੀ ਹੈ ਟੈਕਸ ਭਰਨ 'ਚ ਜਾਂ ਕੁਝ ਹੋਰ ਕਿਸੇ ਵੀ ਕੰਮਕਾਰ ਦੇ ਵਿੱਚ, ਤੇ ਉਹਨੂੰ ਉਹਨਾਂ ਨੇ ਸੁਖਾਲਾ ਕਰਦੇ ਹੋਏ ਉਹਨੂੰ ਜੁਰਮਾਨੇ ਦੇ ਰੂਪ ਦੇ ਵਿੱਚ ਭਰ ਕੇ ਤੁਸੀਂ ਉਹਦੇ 'ਚੋਂ ਆਪਣੀ ਅਦਾਇਗੀ ਕਰ ਸਕਦੇ ਹੋ। ਜਿਹੜਾ ਅੱਗੇ ਸਜ਼ਾ ਦਾ ਪ੍ਰਾਵਧਾਨ ਸੀ ਵੀ 6 ਮਹੀਨੇ ਸਾਲ ਦੀ ਸਜ਼ਾ ਦਾ ਉਹਦੇ ਵਿੱਚ ਪ੍ਰਾਵਧਾਨ ਰੱਖਿਆ ਜਾਂਦਾ ਸੀਗਾ, ਉਸ ਪ੍ਰਾਵਧਾਨ ਨੂੰ ਖਤਮ ਕਰਨ ਦਾ ਸੈਂਟਰ ਸਰਕਾਰ ਨੇ ਯਤਨ ਕੀਤਾ ਆ। ਔਰ ਇਹਦੇ ਨਾਲ ਕੋਰਟਾਂ ਦੇ ਵਿੱਚ ਪੈਂਡਿੰਗ ਮਾਮਲਿਆਂ ਦੇ ਵਿੱਚ ਵੀ ਕਮੀ ਆਏਗੀ ਔਰ ਲੋਕਾਂ ਨੂੰ ਵੀ, ਜੇ ਕੋਈ ਕਿਸੇ ਵੇਲੇ ਕਿਸੇ ਇਨਸਾਨ ਦੀ ਮਨਸਾ ਨਹੀਂ ਹੁੰਦੀ ਪਰ ਉਹ ਨੈਗਲੀਜੈਂਸੀ ਦੇ ਚੱਲਦੇ ਆ ਕੋਈ ਸਟੇਟਮੈਂਟ ਗਲਤ ਭਰੀ ਜਾਂਦੀ ਆ ਜਾਂ ਕੋਈ ਆਪਾਂ ਗਲਤ ਸਰਕਾਰ ਨੂੰ ਆਪਣਾ ਦੇ ਦਿੰਦੇ ਆ, ਉਹਦੇ ਵਿੱਚ ਛੋਟੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਇਹਦੇ ਵਿੱਚ ਲਿਆ ਗਿਆ, ਜਿਹਨਾਂ ਨੂੰ ਕੋਈ 100, 200, 500, 1000, 2000, 5000 ਵਾਲੀ ਜਿਹੜੇ ਕਨਸੈਪਟ ਨੇ ਇਹਦੇ ਵਿੱਚ ਵੱਡੇ ਜਿਹੜੇ ਘਪਲੇ ਨੇ ਉਹ ਨਹੀਂ ਸ਼ਾਮਲ ਹੋਣਗੇ। ਕੋਈ ਜਿਹੜੇ ਛੋਟੇ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਨੇ ਉਹਨਾਂ ਦੇ ਉੱਤੇ ਸੈਂਟਰ ਸਰਕਾਰ ਨੇ ਜੁਰਮਾਨੇ ਦਾ ਪ੍ਰਾਵਧਾਨ ਲਿਆ ਕੇ ਲੋਕਾਂ ਨੂੰ ਸੁਖਾਲਾ ਕਰ ਦਿੱਤਾ ਔਰ ਕੋਰਟਾਂ ਦਾ ਬੋਝ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਜੀ ਮਿੰਦਰੋ ਜੀ, ਇੱਕ ਪਾਸੇ ਤਾਂ ਕੇਂਦਰ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਛੋਟਾ ਮੋਟਾ ਅਣਗਹਿਲੀ ਜਾਂ ਅਪਰਾਧ ਛੋਟਾ ਮੋਟਾ ਹੋਇਆ ਹੁੰਦਾ ਉਹਨੂੰ ਜੁਰਮਾਨੇ ਲੈ ਕੇ ਹੀ, ਜਿਹੜਾ ਜੇ ਆਰਥਿਕ ਤੌਰ ਤੇ ਗੜਬੜੀ ਹੈ ਤੇ ਉਹਦਾ ਜੁਰਮਾਨਾ ਵਸੂਲ ਕਰਕੇ ਹੀ ਉਹਦਾ ਕੰਮ ਚਲਾਤਾ ਜਾਵੇ ਤਾਂ ਕਿ ਅਦਾਲਤਾਂ 'ਚ ਬੋਝ ਨਾ ਵਧੇ। ਪਰ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਔਰ ਦਿੱਲੀ ਦੇ ਵਿੱਤ ਮੰਤਰੀ ਦੋਵੇਂ ਵਿਰੋਧ ਕਰ ਰਹੇ ਨੇ। ਜਿਹੜਾ ਹੁਣ ਤੱਕ ਸਾਹਮਣੇ ਆਇਆ ਉਹ ਕਹਿੰਦੇ ਜਿਹੜੀ ਮਨੀ ਲਾਂਡਰਿੰਗ ਰੋਕਥਾਮ ਐਕਟ ਹੈ ਨਾ, ਉਹਦੇ ਇੱਕ ਸੋਧ ਕੀਤੀ ਹੈ ਕੇਂਦਰ ਸਰਕਾਰ ਨੇ। ਉਹ ਇਹ ਕਰ ਦਿੱਤਾ ਕਿ ਜਿਹੜਾ GST ਕੌਂਸਲ ਹੈ ਉਹਦੀ ਮੀਟਿੰਗ ਵਿੱਚ ਇਹ ਗੱਲ ਉੱਠ ਕੇ ਆਈ ਹੈ ਕਿ GST ਦਾ ਡਾਟਾ ਜਿਹੜਾ ਉਹ ED ਦੇ ਨਾਲ ਸਾਂਝਾ ਕੀਤਾ ਜਾਊਗਾ। ਸਰਕਾਰ ਨੇ ਫੈਸਲਾ ਕੀਤਾ ਤਾਂ ਕਿ ਜਿਹੜਾ GST ਦੇ ਖੇਤਰ ਦੇ ਵਿੱਚ ਫਰਜ਼ੀ ਫਰਮਾਂ ਬਣਾ ਕੇ ਜਾਂ ਹੋਰ ਗਲਤ ਢੰਗ ਦੇ ਨਾਲ ਜਿਹੜੇ ਵਿੱਤੀਆਂ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜੀਆਂ ED ਦੇ ਧਿਆਨ ਵਿੱਚ ਰਹਿਣ ਤੇ ਉੱਤੇ ਕਾਰਵਾਈ ਹੋ ਸਕੇ। ਕਿਵੇਂ ਦੇਖਦੇ ਹੋ ਇਹਨਾਂ ਦੋਨਾਂ ਕੋਸ਼ਿਸ਼ਾਂ ਨੂੰ? ਸੰਧੂ ਸਾਹਿਬ, ਇਹਦੇ ਵਿੱਚ ਥੋੜਾ ਜਿਹਾ ਵਿਚਾਰ ਕਰਨ ਦੀ ਲੋੜ ਹੈ ਕਿ ਅਗਰ ਗੱਲ ਕਰੀਏ ਕੇਂਦਰ ਦੇ ਪੱਖ से ਦੇਖੀਏ ਤਾਂ ਕੇਂਦਰ ਇਹ ਕਹਿੰਦਾ ਹੈ ਕਿ ਜੇ ਕੋਈ ਛੋਟੀ ਮੋਟੀ ਗਲਤੀ ਹੈ ਤਾਂ ਉਸ ਨੂੰ ਉਹ ਸਜ਼ਾ ਦਾ ਪ੍ਰਾਵਧਾਨ ਨਾ ਬਣਾਉਂਦੇ ਹੋਏ ਉਸ ਦੇ ਵਿੱਚ ਉਸ ਨੂੰ ਜੁਰਮਾਨੇ ਦੇ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਪੈਸੇ ਚਾਰਜ ਕਰਕੇ ਉਸ ਨੂੰ ਛੱਡ ਦਿੱਤਾ ਜਾਵੇ। ਜੇ ਤਾਂ ਗੱਲ ਹੋਵੇ ਇੱਥੇ ਤੱਕ ਤਾਂ ਗੱਲ ਹੈਗੀ ਠੀਕ ਕਿ ਅਗਰ ਕਿਸੇ ਤੋਂ ਬਾਏ ਮਿਸਟੇਕ ਕੋਈ ਗਲਤੀ ਹੋ ਗਈ, ਕੋਈ ਟੈਕਸ ਭਰਨ ਦੇ ਵਿੱਚ ਜਾਂ ਕੋਈ ਫਾਈਲ ਕਰਨ ਦੇ ਵਿੱਚ, ਉਹ ਮੰਨ ਲਈ ਜਾਵੇ ਤਾਂ ਬਿਲਕੁਲ ਠੀਕ ਹੈ, ਕੋਈ ਦਿੱਕਤ ਨਹੀਂ ਹੈ। ਲੇਕਿਨ ਇਹਦੇ ਵਿੱਚ ਜਿਹੜੇ ਸੈਕਟਰ ਹੈ ਉਹ ਫਾਰਮੇਸੀ ਸੈਕਟਰ ਵੀ ਹੈ, ਉਹਦੇ ਚ ਇਨਵਾਇਰਨਮੈਂਟ ਜਿਹੜਾ ਸੈਕਟਰ ਵੀ ਹੈ, ਉਹਦੇ ਵਿੱਚ ਦੂਸਰੇ ਸੈਕਟਰ ਵੀ ਆ। ਕਿਤੇ ਇਹ ਨਾ ਹੋਣ ਕਿ ਉਹ ਛੋਟੀ ਗਲਤੀ ਨੂੰ ਇੱਕ ਸ਼ੇਪ ਦੇ ਕੇ ਤੇ ਇਹਦੇ ਵਿੱਚ ਵੱਡੇ ਜਿਹੜੇ ਆ ਉਹ ਗਲਤੀਆਂ ਜਾਣ ਕੇ ਛੋਟੀ ਗਲਤੀ ਦੀ ਆੜ ਦੇ ਵਿੱਚ ਕੀਤੀਆਂ ਜਾਣ ਤੇ ਜਿਸ ਦੇ ਨਾਲ ਸਮਾਜ ਦੀ ਲੁੱਟ ਹੋਵੇ ਤੇ ਸਮਾਜ ਦਾ ਸ਼ੋਸ਼ਣ ਹੋਵੇ। ਉਸ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਣ ਯੋਗ ਗੱਲ ਹੈ ਤੇ ਉਹ ਗੱਲ ਲੋਕਾਂ ਨੂੰ ਕਲੀਅਰ ਕਰਨ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਕਿ ਇਹਦੇ 'ਚ ਕਿਹੜੀ ਚੀਜ਼ ਕਿਸ। ਦੂਸਰੀ ਗੱਲ ਜਿਹੜੀ GST ਦਾ ਬਾਰੇ ਗੱਲ ਕੀਤੀ ਗਈ, ਉਹਨਾਂ ਦੇ ਵੱਲੋਂ ਜਿਹੜਾ ਆਪਣਾ ਦੋ ਵਿੱਤ ਮੰਤਰੀਆਂ ਦੇ ਵੱਲੋਂ ਪੰਜਾਬ ਦੇ ਔਰ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ, ਉਹਦੇ ਵਿੱਚ ਇਹ ਗੱਲ ਵਿਚਾਰਨਯੋਗ ਹੈ ਕਿ GST ਦਾ ਡਾਟਾ ਜਦੋਂ ED ਦੇ ਨਾਲ ਸਾਂਝਾ ਕੀਤਾ ਜਾਏਗਾ ਤਾਂ ਉਹਨਾਂ ਨੂੰ ਇਹ ਸ਼ੰਕਾ ਆ
ਕਿ ਕਿਤੇ ਐਸਾ ਨਾ ਹੋਵੇ ਕਿ ਜਿਹੜਾ GST ਦਾ ਡਾਟਾ ਜਦੋਂ ਵਪਾਰੀਆਂ ਦਾ ED ਦੇ ਨਾਲ ਸਾਂਝਾ ਹੋ ਜਾਏਗਾ ਤਾਂ ED ਉਹਦੇ ਵਿੱਚ ਇੰਟਰਫੇਅਰ ਕਰਕੇ ਉਹਨਾਂ ਦੀ ਜਾਂਚ ਅੰਦਰੂਨੀ ਖਾਤੇ ਦੇ ਵਿੱਚ ਕਰੇ ਤਾਂ ਕਿ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਦੇ ਨਜ਼ਰ ਚ ਆ ਜਾਣ। ਵੈਸੇ ਤਾਂ ਜੇ ਇਹ ਹੋ ਜਾਵੇ ਤਾਂ ਕੋਈ ਬੁਰੀ ਗੱਲ ਵੀ ਨਹੀਂ ਹੈ, ਕਿਉਂਕਿ ਜੇ GST ਦੇ ਵਿੱਚ ਕੋਈ ਬੇਈਮਾਨੀ ਨਹੀਂ ਹੈ ਤਾਂ ED ਦੇ ਕੋਲ ਵੀ ਕੁਝ ਨਹੀਂ ਮਿਲਣਾ। ਤੇ ਲੇਕਿਨ ਗੱਲ ਇਹ ਆ ਕਿ ਜਿਹੜੇ ਦੋ ਇੱਥੇ ਚੱਲ ਰਹੇ ਆ ਇਸ ਟਾਈਮ ਮੁੱਦੇ ਕਿ ਕੇਂਦਰ ਸਰਕਾਰ ਇਹ ਚਾਹੁੰਦੀ ਆ ਕਿ ਇਹ ਸਾਰਾ ਕੁਝ ਇੱਕ ਹੋ ਜਾਵੇ ਤਾਂ ਕਿ ਟਰਾਂਸਪੇਰੈਂਸੀ ਬਣੀ ਰਵੇ, ਔਰ ਰਾਜ ਸਰਕਾਰਾਂ ਇਹ ਚਾਹੁੰਦੀਆਂ ਕਿ ਜਿਹੜੀ ਸਾਡੀ ਸੀਕ੍ਰੇਸੀ ਆ ਉਹ ਸਾਡੇ ਤੱਕ ਰਵੇ ਤਾਂ ਕਿ ਉਹ ਕੇਂਦਰ ਦੇ ਅੱਗੇ ਨਾ ਖੁੱਲ ਜਾਵੇ। ਸੋ ਇਹ ਵਿਚਾਰਨ ਦੀ ਗੱਲ ਹੈ ਤੇ ਲੰਬੇ ਸਮੇਂ ਤੱਕ ਚੱਲ ਕੇ ਫਿਰ ਇਸ ਦੇ ਉੱਤੇ ਕੁਝ ਨਾ ਕੁਝ ਸਾਹਮਣੇ ਆਏਗਾ। ਬਾਕੀ ਦੇਖਦੇ ਆ ਕਿ ਸਰਕਾਰਾਂ ਤੇ ਕੀ ਕਰਦੀਆਂ ਮਿਲ ਕੇ, ਆਉਣ ਵਾਲੇ ਸਮੇਂ 'ਚ ਇਹਦਾ ਪਤਾ ਲੱਗ ਸਕੇਗਾ। ਜੀ ਅਮਰ ਬੰਸਲ ਜੀ, ਮਹਿੰਦਰੂ ਜੀ ਨੇ ਜਿਹੜੇ ਸਵਾਲ ਚੁੱਕੇ ਨੇ ਕਿ ਕਲੀਅਰ ਕਰਨਾ ਚਾਹੀਦਾ ਸਰਕਾਰ ਨੂੰ, ਕੋਈ ਹੈ ਜਾਣਕਾਰੀ ਦੱਸ ਸਕੋਗੇ ਕੁਝ ਕਿ ਕਿਵੇਂ ਕਿਸ ਲੈਵਲ ਤੱਕ ਦੀਆਂ ਜਿਹੜੀਆਂ ਗੜਬੜੀਆਂ ਉਹਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ? ਤੇ ਮਹਿੰਦਰੂ ਜੀ ਕਹਿੰਦੇ ਇਹ ਨਾ ਹੋਵੇ ਕਿ ਗੜਬੜੀਆਂ ਵੱਧ ਜਾਣ ਜੇ ਉਹਨਾਂ ਨੂੰ ਕੋਈ ਮਾਫੀ ਦਿੱਤੀ ਜਾਵੇ, ਕੋਈ ਇਸ ਤਰ੍ਹਾਂ ਦਾ ਤੌਖਲੇ ਨੂੰ ਕਿਵੇਂ ਦੇਖਦੇ? ਸੰਧੂ ਸਾਹਿਬ, ਮਹਿੰਦਰੂ ਜੀ ਦਾ ਤੌਖਲਾ ਬਿਲਕੁਲ ਸਹੀ ਆ, ਬਿਲਕੁਲ ਇਹਦੇ ਵਿੱਚ ਇਦਾਂ ਦਾ ਪ੍ਰਾਵਧਾਨ ਜ਼ਰੂਰ ਚਾਹੀਦਾ। ਬਟ ਜੋ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਬਹੁਤ ਛੋਟੀ ਰਕਮ ਤੱਕ ਇਹਨੂੰ ਸੀਮਿਤ ਰੱਖਿਆ ਵਾ। ਉਹ ਸੈਂਕੜੇ ਹਜ਼ਾਰਾਂ ਦੇ ਵਿੱਚ ਇਹਨੂੰ ਸੀਮਿਤ ਰੱਖ ਕੇ ਉਹਨਾਂ ਨੇ ਇਹਦੇ ਤੇ ਪ੍ਰਾਵਧਾਨ ਰੱਖਿਆ ਵਾ। ਜੇ ਲੱਖਾਂ ਵਾਲੇ ਜੁਰਮਾਨੇ ਜਿਹੜੇ ਨੇ ਉਹ ਇਹਦੇ ਵਿੱਚ ਇਨਬਿਲਡ ਨਹੀਂ ਕੀਤੇ। ਇਸ ਲਈ ਮੈਂ ਇਹ ਸਮਝਦਾ ਕਿ 100, 200, 500 ਰੁਪਏ ਦੀ ਠੱਗੀ ਵਾਲਾ, ਜਾਂ ਠੱਗੀ ਨਹੀਂ ਕਹਿ ਸਕਦੇ, ਜਿਹੜੀ ਗਲਤ ਫਹਿਮੀ ਆ ਉਹਨੂੰ ਉਹ ਜੁਰਮਾਨੇ ਦੇ ਰੂਪ ਚ ਲੈ ਕੇ ਉਹਨੂੰ ਅਦਾ ਕਰਨ ਵਾਸਤੇ ਉਹਨਾਂ ਨੇ ਪ੍ਰਾਵਧਾਨ ਲਿਆਂਦਾ ਵਾ। ਇਹਦੇ ਤੇ ਕੋਈ ਚਿੰਤਾ ਦਾ ਵਿਸ਼ੇ ਵਾਲੀ ਕੋਈ ਏਡੀ ਗੱਲ ਨਹੀਂ ਹੈਗੀ। ਬਾਕੀ ਆਉਣ ਵਾਲੇ ਸਮੇਂ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਟਰਾਂਸਪੇਰੈਂਸੀ ਦੇ ਨਾਲ ਸਾਹਮਣੇ ਆ ਜਾਣਗੀਆਂ। ਉਸ ਤੋਂ ਬਾਅਦ ਜਿਹੜੀ ਗੱਲ ਆ ਗਈ GST ਨੂੰ ਲੈ ਕਰਕੇ, ਮੈਂ ਸੰਧੂ ਸਾਹਿਬ ਇੱਕ ਛੋਟਾ ਜਿਹਾ ਨੌਲੇਜ ਮੇਰੀ ਦੇ ਵਿੱਚ ਇੱਕ ਮਸਲਾ ਆਇਆ ਪਿੱਛੇ ਜੇ, ਲੁਧਿਆਣੇ ਦਾ ਇੱਕ ਮਸਲਾ ਸੀਗਾ, ਉਹਦੇ ਵਿੱਚ ਬੜੇ ਵੱਡੇ ਅਫਸਰਾਂ ਦੀ ਇਨਵੋਲਵਮੈਂਟ ਸੀ। ਕਰੋੜਾਂ ਰੁਪਏ ਦਾ GST ਦਾ ਘਪਲਾ ਕੀਤਾ ਗਿਆ, ਔਰ ਉਸ ਤੋਂ ਬਾਅਦ ਉਹ ਚੀਜ਼ਾਂ ਫੜੀਆਂ ਵੀ ਗਈਆਂ ਪਰ ਉਹ ਕਿਸੇ ਮਤਲਬ ਐਂਡਲੇ ਮੂਵਮੈਂਟ ਤੱਕ ਨਹੀਂ ਪਹੁੰਚ ਸਕੀਆਂ। ਮੇਰਾ ਇਹ ਮੰਨਣਾ ਜਿਹੜਾ ED ਨੂੰ ਇਨਵੋਲਵ ਕਰਨਾ, ਜਿਹੜਾ ਸੱਚਾ ਵਾ ਉਹਨੂੰ ਡਰ ਕੋਈ ਨਹੀਂ ਤੇ ਡਰ ਹੁੰਦਾ ਝੂਠੇ ਨੂੰ। ਤੇ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਕੋਈ ਆਪਣਾ ਪੱਖ ਨਹੀਂ ਪੇਸ਼ ਕਰਨਾ ਚਾਹੀਦਾ ਕਿ ਅਸੀਂ ਝੂਠੇ ਆ। ਇਹ ਟਰਾਂਸਪੇਰੈਂਸੀ ਨਾਲ ਜੇ ਸਾਰਾ ਕੁਝ ਅਮਨ ਅਮਾਨ ਨਾਲ ਤੇ ਸਹੀ ਚੱਲ ਰਿਹਾ ਤੇ ਫਿਰ ਸਾਨੂੰ ਚਿੰਤਾ ਕਾਹਦੀ ਹੈ? ਔਰ ਦਿੱਲੀ ਦਾ ਔਰ ਪੰਜਾਬ ਦਾ ਵਿੱਤ ਮੰਤਰੀ ਇਹਨਾਂ ਵਿਰੋਧ ਕਿਉਂ ਜਤਾ ਰਹੇ ਨੇ ਜਦੋਂ ਅਸੀਂ ਸਹੀ ਆ? ਤੇ ਜੇ ਅਸੀਂ ਨਹੀਂ ਸਹੀ ਤੇ ਫਿਰ ED ਦਾ ਸਾਨੂੰ ਡਰ ਹੋਣਾ ਚਾਹੀਦਾ, ਜੇ ਸਹੀ ਆ ਤੇ ਫਿਰ ਡਰ ਕਾਹਦਾ? ਵਾਕਈ ਮਹਿੰਦਰੂ ਜੀ ਨੇ ਵੀ ਇਹ ਗੱਲ ਕਲੀਅਰ ਕੀਤੀ ਵੀ ਜਿਹੜਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਉਹਨੂੰ ਇਹੋ ਜਿਹੀ ਚੀਜ਼ ਦਾ ਕੋਈ ਡਰ ਨਹੀਂ। ਬਟ ਡਰ ਉਹਨੂੰ ਹੁੰਦਾ ਵਾ ਜਿਹਨੂੰ ਕੋਈ ਖਤਰਾ ਵਾ ਕਿ ਮੈਂ ਇਸ ਚੀਜ਼ 'ਚ ਫਸ ਸਕਦਾ। ਤੇ ਇਹੋ ਜਿਹੇ ਪੰਜਾਬ ਦੇ ਵਿੱਚ ਬਹੁਤ ਵੱਡੇ ਮਸਲੇ ਨੇ, ਔਰ ਜੇਕਰ ED ਦੀ ਇਨਵੋਲਵਮੈਂਟ ਹੋ ਜਾਏਗੀ ਤੇ ਮੈਨੂੰ ਲੱਗਦਾ ਉਹ ਚੀਜ਼ਾਂ ਜਿਹੜੀਆਂ ਖੁੱਲ ਕੇ ਸਾਹਮਣੇ ਆ ਜਾਣਗੀਆਂ ਵੀ ਕਿਸ ਤਰੀਕੇ ਨਾਲ ਘਪਲੇਬਾਜ਼ੀ ਪੰਜਾਬ ਦੇ ਵਿੱਚ ਬੇਸਿਕਲੀ ਉਹ ਸਾਡੇ ਲੋਕਾਂ ਦੀ ਚੋਰੀ ਹੋ ਰਹੀ ਆ, ਟੈਕਸ ਦੀ ਚੋਰੀ, ਜਨਤਾ ਦੇ ਪੈਸੇ ਦੀ ਚੋਰੀ ਹੋ ਰਹੀ ਆ, ਔਰ ਉਸ ਰੋਕਥਾਮ ਬੜੀ ਜ਼ਰੂਰੀ ਵੀ ਆ। ਔਰ ਉਹ ਬੜੇ ਵੱਡੇ ਘਰਾਣੇ ਨੇ ਜਿਹੜੇ ਇਹ ਕੰਮ ਕਰਦੇ ਨੇ, ਔਰ ਬਕਾਇਦਾ ਇਹਦੇ ਵਿੱਚ ਜੋ ਮੇਰੇ ਕੋਲ ਇਨਫੋਰਮੇਸ਼ਨ ਆਈ ਕਿ ਅਫਸਰਾਂ ਦੀ ਸ਼ਮੂਲੀਅਤ ਵਿੱਚ ਹੁੰਦੀ ਹੈ ਤੇ ਫਿਰ ਇਹ ਸਾਰੇ ਕਾਂਡ ਹੁੰਦੇ ਨੇ। ਬਾਕੀ ਜਦੋਂ ED ਦੀ ਇਨਵੋਲਵਮੈਂਟ ਆਏਗੀ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜੀ। ਜੀ ਮਹਿੰਦਰੂ ਜੀ, ਇੱਕ ਬਿਆਨ ਆਇਆ ਸਾਬਕਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਰਾਣਾ KP ਸਿੰਘ ਰੋਪੜ ਤੋਂ, ਉਹਨਾਂ ਨੇ ਕਿਹਾ, ਕਹਿੰਦੇ ਸਵਾਂ ਜਿਹੜਾ ਉੱਥੇ ਦਰਿਆ ਨਦੀ ਹੈ, ਖੱਡ ਕਹਿੰਦੇ ਅਸੀਂ ਸਵਾ ਖੱਡ, ਸਰਸਾ ਆ ਤੇ ਘੱਗਰ ਆ, ਕਹਿੰਦੇ ਇਹਨਾਂ ਨਦੀਆਂ ਉੱਤੇ ਡੈਮ ਬਣਾ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ। ਦੂਜੇ ਪਾਸੇ ਭਗਵੰਤ ਮਾਨ ਜਿਹੜੇ ਹੜ੍ਹ ਪੀੜਤਾਂ ਵਾਸਤੇ ਉਹਨਾਂ ਨੇ 71.5 ਕਰੋੜ ਰੁਪਏ ਜਿਹੜੇ ਆ ਹੋਰ ਜਾਰੀ ਕਰਨਗੇ। ਇਹ ਜਿਹੜੇ ਜਿੰਪਾ ਜੀ ਨੇ ਮੰਤਰੀ ਸਾਹਿਬ, ਉਹਨਾਂ ਦਾ ਬਿਆਨ ਹੈ, ਕਿਵੇਂ ਦੇਖਦੇ ਹੋ? ਰਾਣਾ KP ਸਿੰਘ ਜਿਹੜੀ ਗੱਲ ਕਹਿ ਰਹੇ ਨੇ ਇਹ ਸਮੇਂ ਸਿਰ ਕੀਤੀ ਗਈ ਗੱਲ ਹੈ, ਕਿਉਂਕਿ ਖੁਦ ਵਿਧਾਨ ਸਭਾ ਸਪੀਕਰ ਰਹੇ ਨੇ ਔਰ ਰਾਜ ਰਿਹਾ ਉਹਨਾਂ ਦਾ। ਉਸ ਦੌਰਾਨ ਮੇਰਾ ਖਿਆਲ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜ਼ਰੂਰਤਾਂ ਮਹਿਸੂਸ ਨਹੀਂ ਸੀ ਕੀਤੀਆਂ ਜਾ ਸਕੀਆਂ। ਕਿਵੇਂ ਦੇਖਦੇ ਬਿਆਨ? ਸੰਧੂ ਸਾਹਿਬ, ਜਿਹੜਾ ਭਗਵੰਤ ਮਾਨ ਸਰਕਾਰ ਨੇ ਰਾਹਤ ਦੇ ਲਈ ਪੈਸਾ ਜਾਰੀ ਕੀਤਾ, ਇਹ ਇੱਕ ਬਹੁਤ ਵਧੀਆ ਮੌਕੇ ਤੇ ਲਿਆ ਗਿਆ ਕਦਮ ਹੈ ਤਾਂ ਕਿ ਪ੍ਰਸ਼ਾਸਨ ਨੂੰ ਕਿਸੇ ਵੀ ਤਰੀਕੇ ਜਿਹੜੇ ਇਸ ਟਾਈਮ ਫਸੇ ਹੋਏ ਲੋਕ ਨੇ ਬਾੜ ਗ੍ਰਸਤ ਵਰਗੇ ਮਾਹੌਲ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਲਈ ਪ੍ਰਸ਼ਾਸਨ ਦੇ ਕੋਲ ਔਰ ਲੋਕਲ ਨੁਮਾਇੰਦਿਆਂ ਦੇ ਕੋਲ ਕੋਈ ਕਮੀ ਨਾ ਆਵੇ,
ਇਹ ਇੱਕ ਮੌਕੇ ਦੇ ਉੱਤੇ ਬਹੁਤ ਵਧੀਆ ਲਿਆ ਹੋਇਆ ਕਦਮ ਹੈ ਤੇ ਇਹ ਜਾਰੀ ਕੀਤੀ ਹੋਈ ਰਾਹਤ ਦੀ ਰਕਮ ਜਿਹੜੀ ਆ ਬਹੁਤ ਵਧੀਆ ਟਾਈਮ ਦੇ ਉੱਤੇ ਕੀਤੀ ਗਈ ਆ ਔਰ ਸਹੀ ਹੈ, ਮੈਂ ਇਹ ਸਮਝਦਾ। ਦੂਸਰੀ ਗੱਲ ਜਿਹੜੀ ਰਾਣਾ ਕੇਪੀ ਜੀ ਨੇ ਗੱਲ ਕੀਤੀ, ਜਦੋਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਇੱਕ ਸਰਵੇ ਕਰਵਾਏ ਸੀ ਕਈ ਏਜੰਸੀਆਂ ਦੇ ਕੋਲੋਂ ਕਿ 1988 ਦੇ ਵਿੱਚ ਜਿਹੜੀ ਬਾੜ ਆਈ ਸੀ ਪੰਜਾਬ ਦੇ ਵਿੱਚ, ਉਹ ਤਾਂ ਇੱਕ ਬਹੁਤ ਵੱਡੀ ਸੱਚੀ ਮੁੱਚੀ ਦੀ ਕੁਦਰਤੀ ਕਰੋਪੀ ਸੀ। ਲੇਕਿਨ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਮੋਟੀਆਂ ਬਾੜ ਆਈਆਂ, ਉਹਨਾਂ ਦੇ ਉੱਤੇ ਉਹਨਾਂ ਨੇ ਸਰਵੇ ਕਰਵਾਏ ਸੀ ਕਿ ਬਈ ਇਹ ਬਾੜ ਆਉਣ ਦੇ ਕੀ ਕਾਰਨ ਹੈ। ਤਾਂ ਉਹਨਾਂ ਨੇ ਫਿਰ ਇਹ ਦੇਖਿਆ ਸੀ ਕਿ ਜਿਹੜਾ ਹਿਮਾਚਲ ਦੇ ਵਿੱਚੋਂ ਪਾਣੀ ਓਵਰਫਲੋ ਹੋ ਜਾਂਦਾ ਆ, ਕਿਉਂਕਿ ਹਿਮਾਚਲ ਦੇ ਵਿੱਚ ਬਰਸਾਤ ਜ਼ਿਆਦਾ ਹੋਣੀ ਸੁਭਾਵਿਕ ਹੈ ਕਿਉਂਕਿ ਉਹ ਪਹਾੜੀ ਖੇਤਰ ਹੈ, ਔਰ ਉਹਦਾ ਪਾਣੀ ਜਿਹੜਾ ਆ ਕਿਸੇ ਸਿਸਟਮ ਦੇ ਵਿੱਚ ਨਹੀਂ ਆਉਂਦਾ, ਔਰ ਉਹ ਪਾਣੀ ਜਿਹੜਾ ਆ ਨੀਵੀਆਂ ਥਾਵਾਂ ਨੂੰ ਚਲੇ ਜਾਂਦਾ ਤੇ ਉਹ ਪੰਜਾਬ ਦੇ ਨੀਵੇਂ ਇਲਾਕਿਆਂ ਨੂੰ ਜਿਹੜੀ ਆ ਅਕਸਰ ਮਾਰ ਪੈਂਦੀ ਹੈ, ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਆ। ਤਾਂ ਉਹਨਾਂ ਨੇ ਉਸ ਸਰਵੇ ਦੇ ਵਿੱਚ ਦੇਖਿਆ ਸੀਗਾ ਕਿ ਵੀ ਅਗਰ ਇਹ 3 ਡੈਮ ਪੰਜਾਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਬਣ ਜਾਣ ਤਾਂ ਉਹਦੇ ਨਾਲ ਇਹ ਹੋਏਗਾ ਕਿ ਜਿਹੜਾ ਪਾਣੀ ਉੱਪਰੋਂ ਆਏਗਾ ਉਹ ਪਾਣੀ ਜਿਨ੍ਹਾਂ ਨਦੀਆਂ ਦਰਿਆਵਾਂ ਦੇ ਰਾਹੀਂ ਹੋ ਕੇ ਆਉਂਦਾ ਹੈ, ਉੱਥੇ ਜਦੋਂ ਡੈਮ ਬਣ ਜਾਣਗੇ ਉਹ ਪਾਣੀ ਸਟੋਰ ਹੋ ਜਾਏਗਾ, ਔਰ ਉਹ ਪਾਣੀ ਸਟੋਰ ਹੋਣ ਦੇ ਨਾਲ ਜਦੋਂ ਸੀਜ਼ਨ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਜ਼ਰੂਰਤ ਹੋਵੇ ਤਾਂ ਉਹ ਪਾਣੀ ਪਿੰਡਾਂ ਨੂੰ ਦੇ ਕੇ ਖੇਤੀ ਦੇ ਲਈ ਲਾਹੇਵੰਦ ਕੀਤਾ ਜਾ ਸਕਦਾ ਹੈ, ਔਰ ਜੇ ਪੀਣ ਦੇ ਪਾਣੀ ਦੀ ਵੀ ਕਮੀ ਆਵੇ ਕਿਸੇ ਵੇਲੇ ਤਾਂ ਉਹਨੂੰ ਵੀ ਪਿਉਰੀਫਾਈ ਕਰਕੇ ਜਿਹੜਾ ਆ ਪਾਣੀ ਪੀਣ ਦੇ ਯੋਗ ਵੀ ਬਣਾ ਕੇ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਸਕਦਾ ਹੈ। ਤੇ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਉਹਦੇ ਬਾਰੇ ਗੱਲ ਵੀ ਉਦੋਂ ਕੀਤੀ ਸੀ, ਤੇ ਸ਼ਾਇਦ ਉਦੋਂ ਕੇਂਦਰ ਦੇ ਵਿੱਚ ਫੰਡਾਂ ਦੀ ਕੁਝ ਕਮੀ ਹੋਣ ਕਰਕੇ ਉਹ ਜਿਹੜਾ ਆ ਡੈਮ ਲਈ ਸਰਕਾਰ ਨੇ ਉਦੋਂ ਟਾਲ ਦਿੱਤਾ ਸੀ ਜਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਕੋਈ ਜਵਾਬ ਦਿੱਤਾ ਸੀ। ਤੇ ਮੈਂ ਸਮਝਦਾ ਕਿ ਅਗਰ ਇਹ ਡੈਮ ਬਣ ਜਾਂਦੇ ਆ ਤਾਂ ਇਸ ਦਾ ਹਿਮਾਚਲ ਨੂੰ ਵੀ ਫਾਇਦਾ ਹੋਏਗਾ, ਕਿਉਂਕਿ ਜਿੱਥੇ ਡੈਮ ਬਣਨਗੇ ਉੱਥੇ ਆਲੇ ਦੁਆਲੇ ਡਿਵੈਲਪਮੈਂਟ ਵੀ ਹੋਏਗੀ ਔਰ ਰੋਜ਼ਗਾਰ ਵੀ ਮਿਲਣਗੇ, ਔਰ ਪੰਜਾਬ ਨੂੰ ਉਸ ਦੇ ਨਾਲ ਬਹੁਤ ਫਾਇਦਾ ਮਿਲੇਗਾ ਕਿ ਇਹ ਜਿਹੜੀਆਂ ਛੋਟੀਆਂ ਮੋਟੀਆਂ ਬਾੜ ਟਾਈਪ ਦੇ ਆਂਦੇ ਆ ਪਾਣੀ ਬੇਢੰਗੇ, ਇਹ ਜਿਹੜੇ ਆ ਇੱਕ ਨਿਰਧਾਰਿਤ ਪ੍ਰੋਗਰਾਮ ਦੇ ਅਧੀਨ ਆ ਜਾਣਗੇ, ਔਰ ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਤਬਾਹੀਆਂ ਹੁੰਦੀਆਂ, ਖੇਤੀ ਵੀ ਬਰਬਾਦ ਹੁੰਦੀ ਆ ਔਰ ਲੋਕਾਂ ਦੇ ਘਰ ਵੀ ਜਿਹੜੇ ਆ ਉਹ ਬਰਬਾਦ ਹੁੰਦੇ ਆ, ਜਨ ਜੀਵਨ ਵਿਵਸਥਾ ਜਿਹੜਾ ਹੈ ਮਤਲਬ ਅਸਤ ਵਿਅਸਤ ਹੋ ਜਾਂਦਾ ਹੈ, ਉਹ ਵੀ ਸਾਰਾ ਨਾਰਮਲ ਹੋ ਜਾਏਗਾ। ਤੇ ਮੈਂ ਸਮਝਦਾ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਮੁੱਚੀ ਟੀਮ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਹੁਣ ਬੜਾ ਵਧੀਆ ਮੌਕਾ ਆ ਕਿ ਕੇਂਦਰ ਵੀ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੁਝ ਵਧੀਆ ਕੀਤਾ ਜਾਵੇ, ਤੇ ਇਹਨਾਂ ਨੂੰ ਚਾਹੀਦਾ ਕਿ ਇਸ ਟਾਈਮ ਦਾ ਫਾਇਦਾ ਲੈਣ, ਤੇ ਜੇ ਹੋ ਸਕੇ ਤਾਂ ਇਹ ਡੈਮ ਬਣਵਾ ਲਏ ਜਾਣ ਤਾਂ ਪੰਜਾਬ ਦੇ ਲਈ ਔਰ ਹਿਮਾਚਲ ਦੇ ਲਈ ਬਹੁਤ ਵਧੀਆ ਹੋਏਗਾ, ਇਹ ਸਾਰਾ ਕੁਝ ਅੱਛਾ ਹੋ ਜਾਏਗਾ। ਜੀ ਅਮਰ ਮਜ਼ਲ ਜੀ, ਕੀ ਲੱਗਦਾ ਬੀਜੇਪੀ ਕੋਲ ਫੰਡ ਘੱਟ ਸੀ ਜਾਂ ਕੋਈ ਤਾਲਮੇਲ ਦੀ ਕਮੀ ਸੀ? ਇਹ ਬੰਨ ਦਾ ਜਿਹੜਾ ਕੰਮ ਹੈ ਕਿਉਂ ਨਹੀਂ ਹੋ ਪਾਇਆ? ਮਿੰਦਰੂ ਜੀ ਕਹਿੰਦੇ ਸ਼ਾਇਦ ਫੰਡਾਂ ਦੀ ਕਮੀ ਹੋਊਗੀ ਕੇਂਦਰ। ਸੰਧੂ ਸਾਹਿਬ, ਸੈਂਟਰ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈਗੀ। ਮੈਂ ਇਹ ਮੰਨਦਾ ਹਾਂ ਕਿ ਪੰਜਾਬ ਸਰਕਾਰ ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਜੀ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਸਰ, ਜਦੋਂ ਇਹ ਪਿਛਲੀ ਟੈਨਿਓਰ ਦੀ ਗੱਲ ਹੈ ਜੀ। ਮਿੰਦਰੂ ਦੀ ਗੱਲ ਜੀ, ਹਾਂਜੀ ਕਮਲਵੰਤ ਜੀ। ਔਰ ਉਦੋਂ ਵੀ ਬੀਜੇਪੀ ਦੀ ਸਰਕਾਰ ਸੀਗੀ, ਔਰ ਮੈਂ ਇਹ ਦੱਸ ਦਵਾਂ ਜੀ ਸੈਂਟਰ ਕੋ ਫੰਡਾਂ ਦੀ ਕੋਈ ਕਮੀ ਨਹੀਂ। ਮੇਰਾ ਇਹ ਮੰਨਣਾ ਕਿ ਜੇ ਅਸੀਂ ਕੇਸ ਨੂੰ ਅੱਛੇ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਦੇ ਨਾਲ ਪੇਸ਼ ਕਰਾਂਗੇ ਤੇ ਕੇਂਦਰ ਸਰਕਾਰ ਇਹੋ ਜਿਹਾ ਕੋਈ ਨੀਅਤ ਨਹੀਂ ਰੱਖਦੀ ਕਿ ਕਿਸੇ ਵੀ ਸੂਬੇ ਦਾ ਨੁਕਸਾਨ ਹੋਵੇ। ਮੇਰਾ ਇਹ ਮੰਨਣਾ ਕਿ ਭਗਵੰਤ ਮਾਨ ਸਾਹਿਬ ਆਪਣਾ ਈਗੋ ਨੂੰ, ਆਪਣੇ ਹੰਕਾਰ ਨੂੰ ਸਾਈਡ ਤੇ ਰੱਖ ਕੇ ਪੰਜਾਬ ਦੇ ਭਲੇ ਵਾਸਤੇ ਜਿੱਥੇ ਵੀ ਜਾਣ ਦੀ ਲੋੜ ਪਵੇ ਜਾਣ, ਔਰ ਅਲਖ ਜਗਾਉਣ, ਔਰ ਪੰਜਾਬ ਵਾਸਤੇ ਵੱਧ ਤੋਂ ਵੱਧ ਸੈਂਟਰ ਤੋਂ ਲੈ ਕੇ ਆਉਣ। ਔਰ ਮੇਰਾ ਇਹ ਮੰਨਣਾ ਵਾ ਜਿੰਨੀ ਵਾਰ ਭਗਵੰਤ ਮਾਨ ਨੇ ਸੈਂਟਰ ਸਰਕਾਰ ਨੂੰ ਅਪਰੋਚ ਕੀਤਾ ਵਾ, ਇੱਕ ਵਾਰਾਂ ਵੀ ਉਹਨਾਂ ਨੇ ਖਾਲੀ ਨਹੀਂ ਮੋੜਿਆ। ਅਗਰ ਅੱਜ ਵੀ ਉਹ ਜਾਣਗੇ ਤੇ ਮੇਰੀ ਉਮੀਦ ਇਹ ਕਹਿੰਦੀ ਆ ਕਿ ਮੋਦੀ ਸਾਹਿਬ ਪੰਜਾਬ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਨੇ। ਅਗਰ ਭਗਵੰਤ ਸਿੰਘ ਮਾਨ ਸੱਚੀ ਨੀਅਤ ਨਾਲ ਜਾਣਗੇ ਤੇ ਉਥੋਂ ਖਾਲੀ ਹੱਥ ਨਹੀਂ ਵਾਪਸ ਆਣਗੇ। ਔਰ ਮੇਰਾ ਇਹ ਮੰਨਣਾ ਕਿ ਅਗਰ ਪੰਜਾਬ ਸਰਕਾਰ ਸੁੱਚੀ ਨੀਅਤ ਦੇ ਨਾਲ ਇਸ ਉਦਮ ਨੂੰ ਕਰੇਗੀ ਤੇ ਸੈਂਟਰ ਸਰਕਾਰ ਵੀ ਪੂਰਾ ਸਹਿਯੋਗ ਦੇਵੇਗੀ। ਚਲੋ ਥੋੜੀ ਆਪਾਂ ਹੁਣ ਸਿਆਸਤ ਦੀ ਗੱਲ ਕਰ ਲਈਏ, ਕਿਉਂਕਿ ਜਿਹੜੇ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਸੀਗੇ ਕਾਫੀ ਬਿਆਨ ਤੇ ਇਦਾਂ ਦੇ ਦਿੰਦੇ ਸੀਗੇ ਉਹ ਬਈ ਮੋਦੀ ਜੀ ਦੇ ਵਿਰੋਧ ਹੀ ਚੱਲਦਾ ਸੀ ਕੰਮ ਜ਼ਿਆਦਾ,
ਤੇ ਗੱਲ ਕਰਦੇ 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 ਆਖਰ ਨੂੰ ਜਿਹੜੀ ਹਾਲਾਤ ਇਦਾਂ ਦੇ ਬਣ ਗਏ ਕਿ ਉਹਨਾਂ ਨੂੰ ਬੀਜੇਪੀ ਦੇ ਨਾਲ ਜਿਹੜਾ ਇਕਜੁੱਟਤਾ ਕਰਨੀ ਪਈ ਹੈ। ਹੁਣ ਅਗਲੀ ਗੱਲ ਕਰਦੇ ਤਾਂ ਅੱਜ ਜੋ ਹਾਲਾਤ ਬਣੇ ਹੋਏ ਨੇ, ਇੱਕ ਅੱਜ ਬਿਆਨ ਛਪਿਆ ਹੋਇਆ ਜਿਹੜੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ, ਉਹ ਕਹਿੰਦੇ ਆ ਕਿ ਇੱਕ 18 ਜੁਲਾਈ ਨੂੰ ਜਿਹੜੀ ਮੀਟਿੰਗ ਬੁਲਾਈ ਹੈ ਬੀਜੇਪੀ ਨੇ ਆਪਣੀਆਂ ਸਾਂਝੇ ਦਲਾਂ ਦੀਆਂ ਜਿਹੜੀਆਂ ਟੀਮਾਂ ਦੀ ਵੱਖ-ਵੱਖ ਪਾਰਟੀਆਂ ਨਾਲ ਜਿਹੜੀ ਮੀਟਿੰਗ ਬੁਲਾਈ ਹੈ ਉਹਦੇ 'ਚ ਜ਼ਰੂਰ ਪਹੁੰਚਣਗੇ। ਪਰ ਦੂਜੇ ਪਾਸੇ ਸਵਾਲ ਜਦੋਂ ਕੀਤਾ ਅਕਾਲੀ ਦਲ ਦਾ, ਤਾਂ ਕਹਿੰਦੇ ਅਕਾਲੀ ਦਲ ਬਾਦਲ ਦੇ ਨਾਲ ਕਹਿੰਦੇ ਉਹਨਾਂ ਦੀ ਕੋਈ ਜਿਹੜੀ ਗੰਢ ਸੰਢ ਹੈ, ਉਹਦਾ ਜਿਹੜੀ ਏਕਤਾ ਆ, ਉਹਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਤੇ ਨਾਲ ਦੀ ਨਾਲ ਖਬਰ ਇਹ ਵੀ ਚੱਲ ਰਹੀ ਹੈ ਕਿ ਹੁਣ ਜਿਹੜਾ ਗਠਬੰਧਨ ਕਰਨਾ ਇਹਨਾਂ ਨੇ, ਗੱਠਜੋੜ ਜਿਹੜਾ ਹੁਣ ਹੋਊਗਾ ਉਹ ਕੌਣ ਕਰਾਊਗਾ। ਇੱਕ ਪਾਸੇ ਜਾਖੜ ਸਾਹਿਬ ਨੇ, ਉਹ ਬੜੇ ਤਿੱਖੇ ਤੇਵਰ ਦਿਖਾ ਰਹੇ ਨੇ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਨੂੰ ਜ਼ਰੂਰਤ ਨਹੀਂ ਹੈ। ਦੂਜੇ ਪਾਸੇ ਅਕਾਲੀ ਦਲ ਵਾਲੇ ਜਿਹੜੇ ਆ ਜ਼ਿਆਦਾ ਕਰਕੇ ਇਸ ਮੁੱਦੇ ਤੇ ਖਾਮੋਸ਼ ਹੈ। ਇੱਕ ਵਾਰ ਜਵਾਬ ਦਿੱਤਾ ਸੁਖਬੀਰ ਬਾਦਲ ਹੋਣੀ ਕਿ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ। ਹੁਣ ਸਵਾਲ ਉੱਠਦਾ ਇਹ ਕਿ ਭਾਜਪਾ ਨਾਲ ਜਾਰੀ ਪਊਗੀ ਜਾਂ ਹਾਥੀ ਦੀ ਸਵਾਰੀ ਜਿਹੜੀ ਆ ਉਹ ਕਰੂਗਾ ਅਕਾਲੀ ਦਲ। ਇਹ ਸੋਚ ਦੇ ਵਿੱਚ ਦੁਬਿਧਾ 'ਚ ਫਸਿਆ ਹੋਇਆ, ਦੁਚਿੱਤੀ ਵਿੱਚ ਫਸਿਆ ਕਿ ਕਿਹੜੇ ਪਾਸੇ ਨੂੰ ਜਾਈਏ, ਭਾਜਪਾ ਨਾਲ ਯਾਰੀ ਪਾਈਏ ਜਾਂ ਹਾਥੀ ਦੀ ਸਵਾਰੀ ਕਰੀਏ। ਕਿਵੇਂ ਦੇਖਦੇ ਹੋ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਮੈਂ ਨਾ ਅੱਗੇ ਤੁਹਾਡੇ ਚੈਨਲ ਤੇ ਇੱਕ ਵਾਰ ਕਹੀ ਸੀ ਵੀ ਰਾਜਨੀਤੀ ਉਰਦੂ ਦੀ ਤਰ੍ਹਾਂ ਆ, ਇਹ ਜਦੋਂ ਅਸੀਂ ਲਿਖਦੇ ਆ ਤੇ ਪੁੱਠੀ ਲਿਖੀ ਜਾਂਦੀ ਹੈ, ਜਦੋਂ ਅਸੀਂ ਇਹਨੂੰ ਪੜ੍ਹਦੇ ਆ ਤਾਂ ਫਿਰ ਇਹ ਸਿੱਧੀ ਪੜ੍ਹੀ ਜਾਂਦੀ ਹੈ। ਤੇ ਰਾਜਨੀਤੀ ਦੇ ਵਿੱਚ ਕਿਸੇ ਸੰਭਾਵਨਾ ਦਾ ਖੰਡਨ ਕਰਨਾ ਉਹ ਜਾਇਜ਼ ਨਹੀਂ ਹੋਊਗਾ। ਰਾਜਨੀਤੀ 'ਚ ਕੁਝ ਵੀ ਸੰਭਵ ਹੈ, ਮੇਰਾ ਇਹ ਮੰਨਣਾ ਆ। ਬਾਕੀ ਸਟਿਲ ਜਿਹੜਾ ਇਹ ਅਕਾਲੀ ਦਲ ਔਰ ਬੀਜੇਪੀ ਦੇ ਗਠਬੰਧਨ ਦੀ ਜਿੰਨੀ ਵੀ ਭੂਮਿਕਾ ਸੀ, ਮੇਰਾ ਇਹ ਮੰਨਣਾ ਹੈ ਕਿ ਮੀਡੀਆ ਦੀ ਕ੍ਰੀਏਸ਼ਨ ਸੀਗੀ ਔਰ ਮੀਡੀਆ ਨੇ ਹੀ ਇਹਨੂੰ ਇੰਨੀ ਹਵਾ ਦੇ ਦਿੱਤੀ, ਅੱਜ ਹੋ ਰਿਹਾ, ਕੱਲ ਹੋ ਰਿਹਾ, ਇੰਝ ਹੋ ਰਿਹਾ, ਉਂਝ ਹੋ ਰਿਹਾ, ਇਸ ਤਰ੍ਹਾਂ ਦਾ। ਜਦ ਕਿ ਟੇਬਲ ਟਾਕ ਦੇ ਉੱਤੇ ਇਹੋ ਜਿਹੀ ਕੁਝ ਵੀ ਸਥਿਤੀ ਨਹੀਂ ਸੀ। ਵੱਡੇ ਲੀਡਰ ਸਾਹਿਬਾਨ ਨਾਲ ਜਦੋਂ ਗੱਲ ਕਰੀਦੀ ਸੀ ਤੇ ਉਹ ਕਹਿੰਦੇ ਵੀ ਅਜੇ ਤੱਕ ਸਾਡੇ ਕੋਲ ਤੇ ਇਦਾਂ ਦਾ ਕੋਈ ਹੈ ਹੀ ਨਹੀਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਵੀ ਚੱਲ ਰਹੀ ਆ। ਬਟ ਫਿਰ ਵੀ ਮੈਂ ਇਹ ਗੱਲ ਕਹਾਂਗਾ ਕਿ ਇਹਨਾਂ ਚੀਜ਼ਾਂ ਦਾ ਅਸੀਂ ਖੰਡਨ ਨਹੀਂ ਕਰ ਸਕਦੇ। ਦੇਸ਼ ਦੀ ਰਾਜਨੀਤੀ ਆ, ਦੇਸ਼ ਨੂੰ ਲੈ ਕੇ ਵੱਡੇ ਫੈਸਲੇ ਲੈਣੇ ਹੁੰਦੇ ਨੇ ਪਾਰਟੀਆਂ ਨੇ। ਉਹਦੇ ਵਿੱਚ ਕਿਹੜਾ ਗਠਬੰਧਨ ਕਿਦੋਂ ਕਰਨਾ, ਇਹ ਹਾਈ ਕਮਾਂਡ ਦੇ ਖੇਮੇ ਦੀ ਗੱਲ ਹੈ। ਹਾਈ ਕਮਾਂਡ ਦੇ ਵਿੱਚ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ, ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ। ਬਟ ਜੋ ਅੱਜ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਪੰਜਾਬ ਦੀ ਬੀਜੇਪੀ ਪੂਰੀ ਤਰ੍ਹਾਂ ਸક્ષਮ, ਸ਼੍ਰੀ ਸੁਨੀਲ ਜਾਖੜ ਜੀ ਦੀ ਅਗਵਾਈ ਦੇ ਵਿੱਚ, ਮੇਰਾ ਇਹ ਮੰਨਣਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਪ੍ਰਦਰਸ਼ਨ ਕਰੇਗੀ। ਔਰ ਮੈਂ ਸਮਝਦਾ ਕਿ ਪੰਜਾਬ ਨੂੰ ਕਿਸੇ ਵੀ ਗਠਬੰਧਨ ਦੀ, ਭਾਜਪਾ ਨੂੰ ਪੰਜਾਬ ਦੇ ਵਿੱਚ ਕੋਈ ਜ਼ਰੂਰਤ ਨਹੀਂ। ਵੈਸੇ ਕਮਰ ਮੰਜ਼ਲ ਜੀ, ਤੁਹਾਡਾ ਤਾਂ ਤਜਰਬਾ ਰਿਹਾ, ਬੀਜੇਪੀ ਦੇ ਤੁਸੀਂ ਵੀਸੀ ਵਿੰਗ ਦੇ ਸਟੇਟ ਦੇ ਜਨਰਲ ਸੈਕਟਰੀ ਰਹੇ ਹੋ। ਪੁਰਾਣੀ ਲੀਡਰਸ਼ਿਪ ਦੀ ਕਾਰਗੁਜ਼ਾਰੀ, ਉਹਨਾਂ ਵੱਲੋਂ ਕੰਮ ਕਰਵਾਉਣ ਦਾ ਤਰੀਕਾ ਤੇ ਜਿਹੜੇ ਨਵੇਂ ਪ੍ਰਧਾਨ ਆ ਇਹਨਾਂ ਦਾ ਜਿਹੜਾ ਹੁਣ ਤੱਕ ਦਾ ਐਟੀਟਿਊਡ ਹੈ, ਉਹਨੂੰ ਕਿਵੇਂ ਦੇਖਦੇ ਆ? ਸੰਧੂ ਸਾਹਿਬ, ਪਾਰਟੀ ਦੀ ਅੰਦਰੂਨੀ ਗੱਲ ਹੈ, ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਸਵਾਲ ਕਰ ਦਿੱਤਾ ਹੈ। ਮੈਂ ਜਾਖੜ ਸਾਹਿਬ ਦੀ ਇੱਕ ਗੱਲ ਮੈਨੂੰ ਬਹੁਤ ਪਸੰਦ ਆਈ। ਉਹਨਾਂ ਨੇ ਆਂਦਿਆਂ ਹੀ ਇੱਕ ਗੱਲ ਕਹੀ ਕਿ ਸਾਨੂੰ ਖੁਦ ਮੁਖਤਾਰੀ ਅਪਣਾਉਣੀ ਪਏਗੀ, ਕਾਰਜਕਰਤਾ ਨੂੰ ਆਪਣੀ ਤਾਕਤ ਪਹਿਚਾਨਣੀ ਪਏਗੀ। ਮੈਂ ਇੱਕ ਛੋਟੀ ਜੀ ਘਟਨਾ ਤੁਹਾਨੂੰ ਦੱਸਦਾ, ਮੈਂ ਨਾਮ ਨਹੀਂ ਲਵਾਂਗਾ ਆਪਣੇ ਵੱਡੇ ਲੀਡਰ ਦਾ। ਪੰਜਾਬ ਦੇ ਵਿੱਚ ਮਲੇਰਕੋਟਲੇ ਦੇ ਵਿੱਚ ਕੋਈ ਮਸਲਾ ਹੋ ਗਿਆ ਇਹੋ ਜਿਹਾ ਕਿ ਉੱਥੋਂ ਦੇ ਕਿਸੇ ਕਾਰਜਕਰਤਾ ਦਾ ਮੈਨੂੰ ਫੋਨ ਆ ਗਿਆ। ਅਜੇ ਮੈਂ ਸਟੇਟ ਜਨਰਲ ਸੈਕਟਰੀ ਸੀਗਾ, ਮੈਨੂੰ ਕਹਿੰਦਾ, ਔਰ ਮੈਂ ਸਰਕਾਰ 'ਚ ਚੇਅਰਮੈਨ ਵੀ ਰਿਹਾ ਵਾਂ ਰਾਮਗੜੀਆ ਵੈਲਫੇਅਰ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ, ਔਰ ਮੈਨੂੰ ਉਹਦਾ ਫੋਨ ਆ ਗਿਆ ਕਾਰਜਕਰਤਾ ਕਿ ਚੇਅਰਮੈਨ ਸਾਹਿਬ ਮੇਰੇ ਨਾਲ ਧੱਕਾ ਹੋ ਰਿਹਾ ਤੇ ਮੈਨੂੰ ਥਾਣੇ ਦੇ ਵਿੱਚ ਬੁਲਾ ਕੇ ਪੁਲਿਸ ਨੇ ਮੇਰੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਨੇ। ਪਤਾ ਨਹੀਂ ਕੀ ਉਹ ਕਿਸੇ ਵੇਲੇ ਮਾਹੌਲ ਹੀ ਇਸ ਤਰ੍ਹਾਂ ਦਾ ਹੁੰਦਾ। ਉਸ ਕਾਰਜਕਰਤਾ ਦਾ ਮੈਨੂੰ ਫੋਨ ਆਇਆ, ਜਦ ਕਿ ਮੈਂ ਉਸ ਸ਼ਖਸ ਨੂੰ ਸ਼ਕਲੋਂ ਵੀ ਨਹੀਂ ਸੀ ਜਾਣਦਾ, ਤੇ ਮੇਰੇ ਨਾਲ ਲੂੰ ਕੰਡੇ ਖੜੇ ਹੋ ਗਏ। ਮੈਂ ਕਿਹਾ ਯਾਰ ਇੰਨਾ ਅਨਿਆਏ ਵੀ ਇੱਕ ਪੁਲਿਸ ਥਾਣੇ ਦੇ ਵਿੱਚ ਕਿਸੇ ਦੇ ਸਿਰ 'ਚ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ ਔਰ ਉਹਦੀ ਵੀਡੀਓ ਬਣਾਈ ਗਈ ਉੱਥੇ। ਔਰ ਮੈਨੂੰ ਉਸ ਚੀਜ਼ ਨੇ ਨਾ ਬਹੁਤ ਜ਼ਿਆਦਾ ਝੰਜੋੜ ਕੇ ਰੱਖ ਦਿੱਤਾ। ਮੈਂ ਉਸੇ ਵੇਲੇ ਕਮਰਦੀਪ ਕੌਰ ਐਸਐਸਪੀ ਮੈਡਮ ਸੀਗੇ ਮਲੇਰਕੋਟਲਾ ਦੇ, ਮੈਂ ਸਤਿਕਾਰਯੋਗ ਐਸਐਸਪੀ ਸਾਹਿਬਾਨ ਨੂੰ, ਸਾਹਿਬਾ ਭੈਣ ਜੀ ਨੂੰ ਮੈਂ ਫੋਨ ਮਾਰਿਆ। ਮੈਂ ਕਿਹਾ ਭੈਣ ਜੀ, ਤੁਹਾਡੇ ਅਮਰਗੜ੍ਹ ਥਾਣੇ ਦੇ ਵਿੱਚ ਇਹ ਘਟਨਾ ਉੱਥੇ ਵਾਪਰੀ ਆ ਔਰ ਬੜੀ ਨਿੰਦਨੀय ਔਰ ਬੜੀ ਮਾੜੀ ਘਟਨਾ ਆ, ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਨਸਾਫ ਕਰੋਗੇ। ਜਿਹੜੇ ਵੀ ਮੌਕੇ ਦੇ ਅਫਸਰ ਨੇ ਉਹਨਾਂ ਨੂੰ ਸਸਪੈਂਡ ਕਰਕੇ ਜਿਹੜੇ ਵੀ ਪੀੜਤ, ਜਿਹੜੇ ਵੀ ਵਿਅਕਤੀ ਦੇ ਨਾਲ ਇਹ ਅਨਿਆਏ ਹੋਇਆ ਉਹਨੂੰ ਇਨਸਾਫ ਦਿਵਾਓਗੇ। ਔਰ ਉਹ ਭੈਣ ਜੀ ਦੀ ਵੀ ਪਿੱਠ ਸੁਣਦੀ ਆ ਕਿ ਉਹਨਾਂ ਨੇ ਐਕਸ਼ਨ ਲਿਆ। ਉਦੋਂ ਮੌਕੇ ਦੀ ਕਾਂਗਰਸੀ ਸਰਕਾਰ ਸੀ, ਉਹ ਕਾਂਗਰਸ ਦੇ ਹੀ ਕਾਰਜਕਰਤਾ ਸੀ ਜਿਨ੍ਹਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਔਰ ਉਸੇ ਵੇਲੇ ਹੀ ਉਹ ਜਿਹੜੇ ਅਫਸਰ ਸਸਪੈਂਡ ਕਰ ਦਿੱਤੇ ਗਏ।
ਔਰ ਉਸ ਤੋਂ ਬਾਅਦ ਮੇਰੇ ਇੱਕ ਸੀਨੀਅਰ ਲੀਡਰ ਦਾ ਮੈਨੂੰ ਫੋਨ ਆਇਆ ਜੀ, ਕਹਿੰਦੇ ਜੀ ਤੁਸੀਂ ਉਸ ਬੰਦੇ ਦੀ ਮਦਦ ਕਰਨ ਤੋਂ ਪਹਿਲਾਂ ਮੇਰੀ ਇਜਾਜ਼ਤ ਕਿਉਂ ਨਹੀਂ ਲਈ। ਮੈਂ ਉਹਨੂੰ ਆਪਣੇ ਵੱਡੇ ਲੀਡਰ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਭਾਈ ਜਾਨ ਮੈਨੂੰ ਇੱਕ ਗੱਲ ਸਮਝਾਓ, ਅਗਰ ਕਿਸੇ ਕਾਰਜਕਰਤਾ ਤੇ ਕੋਈ ਜ਼ੁਲਮ ਹੋ ਰਿਹਾ ਤੇ ਅਸੀਂ ਇਜਾਜ਼ਤ ਲਵਾਂਗੇ, ਇਹ ਕਿਸੇ ਵੀ ਪਾਰਟੀ ਦਾ ਪ੍ਰਾਵਧਾਨ ਜਾਂ ਸੰਵਿਧਾਨ ਨਹੀਂ ਹੋ ਸਕਦਾ। ਅਗਰ ਕਿਸੇ ਕਾਰਜਕਰਤਾ ਨੇ ਗਲਤ ਹੁੰਦਾ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਦੀ ਮਦਦ ਕਰੀਏ। ਔਰ ਉਸ ਤੋਂ ਬਾਅਦ ਮੁਆਵਜ਼ਾ ਹੋਇਆ ਕਿ ਮੈਨੂੰ ਉਹਨਾਂ ਨੇ ਸਾਈਡਲਾਈਨ ਕਰਨਾ ਸ਼ੁਰੂ ਕਰ ਦਿੱਤਾ। ਚਲੋ ਵਾਟਐਵਰ, ਲੋਕ ਆਪਣੇ ਕੰਮਾਂ ਨਾਲ ਪਹਿਚਾਣੇ ਜਾਂਦੇ ਨੇ, ਆਪਣੇ ਕੰਮਾਂ ਨਾਲ ਅਸੀਂ ਸਾਡੀ ਪਹਿਚਾਣ ਹੁੰਦੀ ਆ। ਇਹ ਕੋਈ ਕਿਸੇ ਦੇ ਪਿੱਛੇ ਕੀਤਾ, ਕਦੀ ਕੋਈ ਪਿੱਛੇ ਨਹੀਂ ਹੁੰਦਾ। ਚਲੋ ਅੱਜ ਉਹਨਾਂ ਨੇ ਕੱਲ ਮੈਨੂੰ ਪਿੱਛੇ ਕੀਤਾ, ਅੱਜ ਮੈਨੂੰ ਲੱਗਦਾ ਆਪ ਪਿੱਛੇ ਹੋ ਜਾਣਗੇ। ਇਹ ਸਮੇਂ ਦੀ ਗੱਲ ਹੈ। ਇਹ ਮੈਂ ਕੋਈ ਉਹਨਾਂ ਨਾਲ ਮੇਰਾ ਕੋਈ ਨਿੱਜੀ ਵਿਰੋਧ ਨਹੀਂ, ਵਧੀਆ ਲੀਡਰ ਨੇ, ਬੜਾ ਪਾਰਟੀ ਵਾਸਤੇ ਕੰਮ ਕਰਦੇ ਨੇ। ਬਟ ਸੋਚ ਜਿਹੜੀ ਹੈ ਉਹ ਸੁਚਾਰੂ ਖੁਦ ਮੁਖਤਾਰੀ ਦੀ। ਅਗਰ ਕਿਸੇ ਵੀ ਕਾਰਜਕਰਤਾ ਨਾਲ ਕੁਝ ਗਲਤ ਹੁੰਦਾ ਤੇ ਮੈਨੂੰ ਜਾਖੜ ਸਾਹਿਬ ਦੀ ਇਹ ਗੱਲ ਬੜੀ ਪਸੰਦ ਆਈ ਕਿ ਅਸੀਂ ਖੁਦ ਮੁਖਤਾਰੀ ਅਪਣਾਈਏ ਔਰ ਆਪਣੀ ਲੜਾਈ ਆਪ ਲੜੀਏ ਜੀ। ਤੇ ਚਲੋ ਦਿਲ ਦੀਆਂ ਭਾਵਨਾਵਾਂ ਨੇ। ਬਾਕੀ ਪਾਰਟੀਆਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਚੰਗੇ ਵੀ ਹੁੰਦੇ ਨੇ। ਪਿਛਲੀ ਟਰਮ ਦੇ ਵਿੱਚ ਵੀ ਬੜੇ ਬੜੇ ਕਾਬਲੀਅਤ ਵਾਲੇ ਲੀਡਰ ਸੀਗੇ, ਆਉਣ ਵਾਲੀ ਟਰਮ ਦੇ ਵਿੱਚ ਵੀ ਕਾਬਲੀਅਤ ਵਾਲੇ ਲੀਡਰ ਅੱਗੇ ਆਉਣਗੇ। ਔਰ ਮੈਂ ਇਹ ਮੰਨਦਾ ਹਾਂ ਕਿ ਜਾਖੜ ਸਾਹਿਬ ਵਰਗੀ ਸક્ષਮ ਪਰਸਨੈਲਿਟੀ ਅੱਜ ਭਾਜਪਾ ਨੂੰ ਮਿਲੀ ਆ ਔਰ ਭਾਜਪਾ ਇਹਦੇ ਵਿੱਚ ਬਹੁਤ ਮਜ਼ਬੂਤੀ ਨਾਲ ਅੱਗੇ ਵਧੇਗੀ। ਮਹਿੰਦਰ ਜੀ, ਕਮਰ ਮੰਜ਼ਲ ਜੀ ਨੇ ਜਿਹੜਾ ਆਪਣਾ ਦਰਦ ਬਿਆਨ ਕਰ ਦਿੱਤਾ ਅੱਜ ਸਾਡੇ ਨਾਲ, ਕਿਵੇਂ ਦੇਖਦੇ ਹੋ? ਇੱਕ ਪਾਸੇ ਖੁਦ ਮੁਖਤਿਆਰੀ ਦੀ ਗੱਲ ਕਿ ਵਰਕਰ ਜਿਹੜਾ ਖੁਦ ਫੈਸਲੇ ਲਵੇ, ਹਿੱਲ 'ਚ ਨਿਕਲੇ, ਲੋਕਾਂ ਕੋਲ ਜਾਵੇ, ਜਾਂ ਹਰ ਗੱਲ ਜਿਹੜੀ ਹੈ ਨਿੱਕੀ ਨਿੱਕੀ ਗੱਲ ਜਿਹੜੀ ਆ ਉਹ ਲੀਡਰਸ਼ਿਪ ਨੂੰ ਪੁੱਛਣ ਤੋਂ ਬਗੈਰ ਕਰੇ ਨਾ, ਕਦਮ ਹਿਲਾਵੇ ਨਾ, ਜਾਂ ਇਸ ਡਰ ਦੇ ਨਾਲ ਘਰ ਹੀ ਬੈਠਾ ਰਵੇ ਕਿ ਮੈਨੂੰ ਲੀਡਰਸ਼ਿਪ ਕੀ ਕਹੂਗੀ, ਮੈਨੂੰ ਜਦੋਂ ਲੀਡਰਸ਼ਿਪ ਆਦੇਸ਼ ਦਊਗੀ ਮੈਂ ਉਦੋਂ ਹੀ ਉੱਠ ਕੇ ਜਾਵਾਂ, ਨਹੀਂ ਤਾਂ ਮੈਂ ਹਰ ਇੱਕ ਨੂੰ ਕਹਿੰਦਾ ਜੀ ਮੇਰੇ ਹੱਥ ਵੱਸ ਕੁਝ ਨਹੀਂ। ਕੀ ਲੱਗਦਾ ਕਿ ਇਹਨਾਂ ਦੋਵਾਂ ਦੇ ਵਿਚਾਲੇ ਕੀ ਫਰਕ ਹੈ, ਜਿੱਥੇ ਜਾਖੜ ਸਾਹਿਬ ਦੀ ਖੁਦ ਮੁਖਤਿਆਰੀ ਜਿਹੜੀ ਹੈ ਪਸੰਦ ਆ ਰਹੀ ਹੈ? ਕੀ ਲੱਗਦਾ ਕਿ ਬੀਜੇਪੀ ਦੇ ਵਿੱਚ ਵੀ, ਇਹਦੇ ਕਾਰਜ ਪ੍ਰਣਾਲੀ ਦੇ ਵਿੱਚ ਵੀ ਕੋਈ ਤਬਦੀਲੀ ਜਿਹੜੀ ਹੈ ਉਹ ਆ ਸਕਦੀ? ਕਿਵੇਂ ਦੇਖਦੇ ਹੋ? ਦੇਖੋ, ਜੋ ਮੰਜ਼ਲ ਸਾਹਿਬ ਨੇ ਵਾਕਿਆ ਸੁਣਾਇਆ, ਉਸ ਵਾਕਿਆ ਦੇ ਵਿੱਚ ਜੋ ਮੰਜ਼ਲ ਸਾਹਿਬ ਨੇ ਕੀਤਾ, ਤੁਸੀਂ ਇਹ ਦੇਖੋ ਕਿ ਉਸ ਕਾਰਜਕਰਤਾ ਦੇ ਉੱਤੇ ਜਦੋਂ ਮੁਸ਼ਕਿਲ ਵਕਤ ਆਇਆ ਉਸ ਦੇ ਨਾਲ ਜ਼ਿਆਦਤੀ ਕੀਤੀ ਗਈ ਪੁਲਿਸ। ਉਸ ਇਹਨਾਂ ਨੂੰ ਕੰਟੈਕਟ ਕਰਕੇ ਆਪਣੀ ਬੇਨਤੀ ਜਿਹੜੀ ਆ ਉਹ ਇਹਨਾਂ ਦੇ ਅੱਗੇ ਕੀਤੀ, ਕਿਉਂਕਿ ਉਹਨੂੰ ਨਜ਼ਰ ਆਂਦਾ ਸੀ ਕਿ ਮੰਜ਼ਲ ਸਾਹਿਬ ਜਿਹੜੇ ਹੈ ਉਹ ਇੱਕ ਵਧੀਆ ਲੀਡਰ ਦੇ ਰੂਪ ਦੇ ਵਿੱਚ ਐਕਟਿਵ ਨੇ ਔਰ ਇਹਨਾਂ ਦੇ ਸੰਪਰਕ ਦੇ ਵਿੱਚ ਆ ਕੇ ਮੈਨੂੰ ਇਸ ਦਾ ਲਾਭ ਮਿਲੇਗਾ ਔਰ ਮੇਰੀ ਮੁਸੀਬਤ ਨੂੰ ਸੁਣਿਆ ਜਾਏਗਾ ਔਰ ਮੇਰੀ ਮੁਸੀਬਤ ਨੂੰ ਹੱਲ ਕੀਤਾ ਜਾਏਗਾ। ਜਦ ਕਿ ਮੰਜ਼ਲ ਸਾਹਿਬ ਨੇ ਦੱਸਿਆ ਕਿ ਇਹ ਉਹ ਬਾਈ ਫੇਸ ਵੀ ਨਹੀਂ ਸੀ ਮਿਲੇ ਹੋਏ ਔਰ ਜਾਣਦੇ ਨਹੀਂ ਸੀ। ਇਹਦਾ ਮਤਲਬ ਜਨਤਾ ਦੇ ਵਿੱਚ ਇਹਨਾਂ ਦਾ ਅਕਸ ਬੜੇ ਅੱਛੇ ਤਰੀਕੇ ਨਾਲ ਉਭਰਿਆ ਹੋਇਆ ਸੀ ਔਰ ਇਹਨਾਂ ਨੇ ਵੀ ਉਸ ਆਪਣੀ ਬੜਪਨ ਨੂੰ ਦਿਖਾਉਂਦੇ ਹੋਏ ਉਸ ਨੂੰ ਬਿਨਾਂ ਮਿਲੇ, ਉਸ ਨੂੰ ਬਿਨਾਂ ਗੱਲ ਕੀਤੇ ਔਰ ਉਹਦੀ ਗੱਲ ਨੂੰ ਸਮਝ ਕੇ ਉਸ ਨੂੰ ਦੇਖਿਆ ਕਿ ਜ਼ਿਆਦਤੀ ਹੈ। ਇਹਨਾਂ ਨੇ ਐਸਐਸਪੀ ਸਾਹਿਬਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਉਸ ਦੇ ਉੱਤੇ ਐਕਸ਼ਨ ਕੀਤਾ। ਇਹਨਾਂ ਨੇ ਆਪਣਾ ਸਹੀ ਰੋਲ ਅਦਾ ਕੀਤਾ ਔਰ ਉਸ ਮੌਕੇ ਦੇ ਐਸਐਸਪੀ ਸਾਹਿਬਾਂ ਨੇ ਆਪਣਾ ਜਿਹੜਾ ਆ ਰੋਲ ਅਦਾ ਕੀਤਾ ਔਰ ਆਪਣਾ ਫਰਜ਼ ਨਿਭਾਉਂਦੇ ਹੋਏ ਉਹਨਾਂ ਆਫੀਸਰਸ ਦੇ ਉੱਤੇ ਜਿਹੜਾ ਆ ਥਾਣਾ ਅਧਿਕਾਰੀਆਂ ਦੇ ਉੱਤੇ, ਕਰਮਚਾਰੀਆਂ ਦੇ ਉੱਤੇ ਐਕਸ਼ਨ ਲਿਆ ਤੇ ਉਸ ਨੂੰ ਇਨਸਾਫ ਦਵਾਇਆ। ਮੈਂ ਸਮਝਦਾ ਕਿ ਇਸ ਤੋਂ ਵੱਡੀ ਆਪ ਮੁਖਤਿਆਰੀ ਹੋਰ ਕੋਈ ਨਹੀਂ ਹੋ ਸਕਦੀ, ਕਿਉਂਕਿ ਜੇ ਉਦੋਂ ਇਹ ਕਿਤੇ ਉੱਪਰ ਲੀਡਰ ਨਾਲ ਗੱਲ ਕਰਨਗੇ, ਉਹ ਉੱਪਰ ਲੀਡਰ ਨਾਲ ਗੱਲ ਕਰਨਗੇ, ਜਦ ਤੱਕ ਗ੍ਰਹਿ ਮੰਤਰਾਲੇ ਤੱਕ ਗੱਲ ਜਾਊਗੀ ਉਨੀ ਦੇਰ ਤੱਕ ਤਾਂ ਉਸ ਬੰਦੇ ਦੀਆਂ ਮੁਸੀਬਤਾਂ ਹੋਰ ਵੱਧ ਜਾਣਗੀਆਂ। ਸੋ ਜੋ ਮੰਜ਼ਲ ਸਾਹਿਬ ਨੇ ਕੀਤਾ, ਮੈਂ ਸਮਝਦਾ ਕਿ ਬਹੁਤ ਵਧੀਆ ਤੇ ਇਹਨਾਂ ਨੂੰ ਏਦਾਂ ਦੇ ਲੀਡਰਾਂ ਨੂੰ ਸਲਾਮ ਹੈ। ਰਹੀ ਗੱਲ ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਆਪ ਮੁਖਤਿਆਰੀ ਦੀ, ਮੈਂ ਸਮਝਦਾ ਕਿ ਉਹਨਾਂ ਨੇ ਕਾਂਗਰਸ ਦੇ ਵਿੱਚ ਰਹਿ ਕੇ ਬਹੁਤ ਕੁਝ ਦੇਖਿਆ ਹੋਇਆ, ਉਹਨਾਂ ਨੂੰ ਨੀਤੀਆਂ ਦਾ ਵੀ ਪਤਾ ਹੈ ਔਰ ਭਾਜਪਾ ਚ ਆਇਆਂ ਨੂੰ ਵੀ ਉਹਨਾਂ ਨੂੰ ਬਹੁਤ ਸਮਾਂ ਹੋ ਗਿਆ, ਹੁਣ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਉਹਨਾਂ ਨੇ ਉਹਦੇ ਵਿੱਚ ਵੀ ਆ ਕੇ ਭਾਜਪਾ ਦੀਆਂ ਨੀਤੀਆਂ ਨੂੰ ਵੀ ਸਮਝ ਲਿਆ ਤੇ ਭਾਜਪਾ ਨੇ ਉਹਨਾਂ ਨੂੰ ਬਿਲਕੁਲ ਪ੍ਰਿਪੇਅਰ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਪੰਜਾਬ ਦੀ ਜਿਹੜੀ ਬਾਗਡੋਰ ਉਹਨਾਂ ਦੇ ਹੱਥ ਦਿੱਤੀ ਹੈ ਔਰ ਜਿਸ ਤਰੀਕੇ ਨਾਲ ਉਹ ਆਏ ਆ, ਕੱਲ ਜਦੋਂ ਉਹਨਾਂ ਨੇ ਉੱਥੇ ਪਰਸੋਂ ਆਪਣਾ ਸ਼ਪਥ ਲਈ ਹੈ, ਉਸ ਸਮਾਰੋਹ ਤੋਂ ਬਾਅਦ ਵੀ ਤੇ ਪਹਿਲਾਂ ਵੀ ਜਿਸ ਦਿਨ ਉਹਨਾਂ ਨੂੰ ਨਿਯੁਕਤੀ ਹੋਈ ਸੀ ਉਸ ਦਿਨ ਵੀ ਜਿਹੜੇ ਉਹਨਾਂ ਨੇ ਬਿਆਨ ਦਿੱਤੇ, ਉਹਨਾਂ ਤੋਂ ਬਿਲਕੁਲ ਸਾਫ਼ ਝਲਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ
ਆਮ ਆਦਮੀ ਪਾਰਟੀ ਦੇ ਸਾਹਮਣੇ ਇੱਕ ਡਟ ਕੇ ਉੱਭਰ ਰਹੀ ਪਾਰਟੀ ਜਿਹੜੀ ਆ ਉਹ ਹੈਗੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੀ ਔਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਹੁਤ ਵਧੀਆ ਚੋਟੀ ਦੀ ਟੱਕਰ ਹੋਣ ਵਾਲੀ ਆ। ਇਹ ਕੋਈ ਦੋ ਰਾਏ ਨਹੀਂ ਹੈ ਇਸ ਗੱਲ ਦੇ ਵਿੱਚ। ਤੇ ਇਸ ਕਰਕੇ ਬੀਜੇਪੀ ਅੱਜ ਆਪਣੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਹੋ ਚੁੱਕੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੁੰਦੀ ਜਾ ਰਹੀ ਹੈ। ਤੇ ਆਮ ਆਦਮੀ ਪਾਰਟੀ ਨੂੰ ਵੀ ਇਸ ਲਈ ਵਧੀਆ ਤਰੀਕੇ ਨਾਲ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨੇ ਪੈਣਗੇ, ਤਾਂ ਹੀ ਜਿਹੜਾ ਉਹ ਸਰਵਾਈਵ ਕਰ ਸਕਣਗੇ। ਐਸਾ ਮੇਰਾ ਕਹਿਣਾ। ਜੀ ਜੀ ਬਿਲਕੁਲ ਜੀ। ਹੁਣ ਇੱਕ ਗੱਲ ਹੋਰ ਜਿਹੜੀ ਹੈ ਉਹ ਧਿਆਨ ਦੇਣ ਵਾਲੀ ਹੈ, ਮੇਰੇ ਤਾਂ ਸਮਝ ਵਿੱਚ ਨਹੀਂ ਆ ਰਹੀ। ਪਵਨ ਮੰਜ਼ਲ ਜੀ ਤੁਸੀਂ ਸ਼ਾਇਦ ਸਮਝਾ ਪਾਓਗੇ। ਇੱਕ ਪਾਸੇ ਦਾ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨੇ ਮੰਤਰੀ ਨੇ, ਜਿੰਨੇ ਵਿਧਾਇਕ ਨੇ, ਜਿੰਨੇ ਹੋਰ ਅਫਸਰ ਨੇ, ਉਹ ਸਾਰੇ ਜਿਹੜੇ ਆ ਫੀਲਡ ਵਿੱਚ ਨਿਤਰੇ ਹੋਏ, ਸਮਾਜ ਸੇਵੀ ਲੋਕ ਫੀਲਡ 'ਚ ਨਿਤਰੇ ਹੋਏ ਆ, ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੰਮ ਕਰ ਰਹੇ ਆ। ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਲੋਕਾਂ ਦੀ ਮਦਦ ਕਰਨ ਵਾਸਤੇ ਜੁਟੀਆਂ ਹੋਈਆਂ ਨੇ। ਪਰ ਦੂਜੇ ਪਾਸੇ ਇੱਕ ਖਬਰ ਆਈ ਹੈ ਬਰਨਾਲੇ ਤੋਂ। ਬਰਨਾਲੇ ਦੇ ਡੀਸੀ ਦਫ਼ਤਰ ਤੇ ਉਹਦੇ ਘਰ ਦੇ ਆਸੇ-ਪਾਸੇ ਦੇ ਖੇਤਰ ਵਿੱਚ ਵਾਹੀ ਦਫ਼ਤਰ ਦਾ ਜਿਹੜਾ ਅਫਸਰ ਹੈ, ਉਹਦਾ ਦਫ਼ਤਰ ਹੈ, ਉਹਦੇ ਵਿੱਚ ਜਿਹੜੇ ਬੋਰਡ ਦੇ ਉੱਤੇ ਆ ਉਹ ਕਹਿੰਦੇ ਜੀ ਖਾਲਿਸਤਾਨ ਦੇ ਨਾਅਰੇ ਲਿਖਤੇ ਗਏ। ਤੇ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਵੀਡੀਓ ਆਉਂਦਾ ਤੇ ਵੀਡੀਓ ਵਿੱਚ ਦਾਅਵਾ ਕਰਦੇ ਕਿ ਜਿਹੜਾ ਭਾਰਤ ਵਿੱਚ ਵਰਲਡ ਕੱਪ ਜਿਹੜਾ ਹੋ ਰਿਹਾ ਕ੍ਰਿਕਟ ਦਾ, ਤੇ ਉਹਦੇ ਵਿਰੋਧ ਵਿੱਚ ਆ ਅਸੀਂ ਉਹਨੂੰ ਰੋਕਾਂਗੇ। ਇਹ ਵੀਡੀਓ ਜਾਰੀ ਕਰਕੇ ਉਹ ਇਹਦੇ ਤੇ ਸੁਨੇਹਾ ਦਿੰਦੇ ਨਜ਼ਰ ਆ ਰਹੇ ਨੇ। ਕਿਵੇਂ ਦੇਖਦੇ ਹੋ? ਕੀ ਮਾਜਰਾ ਆ? ਕੀ ਤਰਾਸਦੀ ਜਿਹੜੀ ਆ ਉਹ ਬਾਹਰ ਬੈਠੇ ਜਿਹੜੇ ਗੁਰਪਤਵੰਤ ਪੰਨੂ ਜਾਂ ਉਹਦੇ ਸਾਥੀ, ਉਹਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਕ੍ਰਿਕਟ ਦੇ ਜਿਹੜਾ ਮੈਚ ਹੈ ਵਰਲਡ ਕੱਪ ਉਹਦਾ ਜ਼ਿਆਦਾ ਚਿੰਤਾ ਜਿਹੜੀ ਹੈ ਕਿਉਂ ਸਤਾ ਰਹੀ? ਸੰਧੂ ਸਾਹਿਬ, ਮੈਂ ਨਾ ਇੱਕ ਚੀਜ਼ ਮਹਿਸੂਸ ਕਰਦਾ, ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਨਾ, ਉਹ ਇੱਕ ਮਾਨਸਿਕ ਤੌਰ ਤੇ ਬਿਮਾਰ, ਮੈਂ ਪੰਜਾਬੀ ਚ ਕਹਾਂ ਉਹ ਇੱਕ ਪਾਗਲ ਆਦਮੀ ਹੈ, ਮੈਂਟਲ ਕੇਸ ਹੈ। ਉਹ ਏਜੰਸੀਆਂ ਤੋਂ ਪੈਸੇ ਲੈ ਕਰਕੇ ਕਿਸੇ ਥਾਣੇ ਦੇ ਬਾਹਰ ਖਾਲਸਾ ਜਿੰਦਾਬਾਦ ਲਿਖਾ ਦਿੱਤਾ। ਇਹ ਇੱਕ ਉਹ ਚਿੱਟ-ਪੁੱਟ ਹਰਕਤਾਂ ਜਿਹਨੂੰ ਕਹਿੰਦੇ ਨਾ, ਬਹੁਤ ਛੋਟੇ ਲੈਵਲ ਦੀਆਂ ਕੋਝੀਆਂ ਹਰਕਤਾਂ ਤੇ ਉਤਰ ਆਏ ਨੇ। ਹੁਣ ਮੇਰੀ ਸਮਝ ਤੋਂ ਪਰੇ ਆ। ਉਹ ਤੇ ਬਰਨਾਲੇ ਐਸਐਸਪੀ ਦਫ਼ਤਰ ਦੇ ਬਾਹਰ ਤੁਸੀਂ ਖਾਲਿਸਤਾਨ ਜਿੰਦਾਬਾਦ ਲਿਖ ਦਿੱਤਾ ਤੇ ਇਹਦੇ ਨਾਲ ਕੀ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਜੇ? ਇਹਨਾਂ ਦਾ ਸਿਰਫ ਇੱਕੋ ਇੱਕ ਏਜੰਡਾ ਗੁਰਪਤਵੰਤ ਪੰਨੂ ਦਾ ਕਿ ਕਿਹੜਾ ਵੇਲਾ ਹੋਵੇ, ਕਿਹੜਾ ਸਿਸਟਮ ਐਸਾ ਤਿਆਰ ਕਰੀਏ ਕਿ ਪੰਜਾਬ ਦੇ ਹਾਲਾਤ ਵਿਗੜ ਜਾਣ। ਉਹਨਾਂ ਦਾ ਇੱਕੋ ਹੀ ਮਨਸਾ ਕਿ ਪੰਜਾਬ ਜਿਹੜਾ ਸੁੱਖ ਦੀ ਰੋਟੀ ਖਾ ਰਿਹਾ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਸੁੱਖ ਦੀ ਹਵਾ, ਠੰਡੀ ਹਵਾ ਆ ਰਹੀ ਆ, ਉਹਨੂੰ ਗਰਮ ਕਿਵੇਂ ਕਰਨਾ ਵਾ, ਉਹ ਲੋਕਾਂ ਦਾ ਨੁਕਸਾਨ ਕਿਵੇਂ ਕਰਨਾ, ਉਹ ਇਸ ਏਜੰਡੇ ਤੇ ਕੰਮ ਕਰਦੇ ਨੇ। ਕੋਈ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਹਿੱਤ ਨਹੀਂ ਹੈਗਾ, ਕੋਈ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਦਰਦ ਨਹੀਂ ਹੈਗਾ। ਉਹ ਤਮਾਸ਼ਬੀਨ ਲੋਕ ਨੇ, ਸਾਡਾ ਤਮਾਸ਼ਾ ਬਣਾਉਣਾ ਚਾਹੁੰਦੇ ਨੇ। ਔਰ ਸਾਡੇ ਕੁਝ 2 4 10 20 50 ਲੋਕ ਹੋਣਗੇ ਜਿਹੜੇ ਉਹਨਾਂ ਦੇ ਸੰਪਰਕ 'ਚ ਨੇ। ਉਹ ਪੈਸੇ ਲੈ ਕਰਕੇ ਇਹੋ ਜਿਹੇ ਜਿਹੜੇ ਚਿੱਟ-ਪੁੱਟ ਹਰਕਤਾਂ ਕਰਕੇ ਪੰਜਾਬ ਦਾ ਹਾਲਾਤ ਨੂੰ ਖਰਾਬ ਕਰਨਾ ਔਰ ਗੰਦਾ ਕਰਨਾ ਉਹਨਾਂ ਦੀ ਇੱਕ ਨੀਤੀ ਹੈ। ਔਰ ਮਤਲਬ ਕਿ ਮੈਂ ਉਹਨੂੰ ਕਿਹੜੇ ਲਫ਼ਜ਼ਾਂ ਨਾਲ ਸੰਬੋਧਨ ਕਰਾਂ, ਮੇਰੇ ਕੋਲ ਅਲਫਾਜ਼ ਹੀ, ਮੈਂ ਸਮਝਦਾ ਕਿ ਮੈਂ ਉਹ ਅਲਫਾਜ਼ ਬੋਲਾਂਗਾ ਤੇ ਮੇਰਾ ਹੀ ਕਰੈਕਟਰ ਨੀਵਾਂ ਹੋ ਜਾਏਗਾ, ਜਿੱਦਾਂ ਉਹ ਘਟੀਆ ਇਨਸਾਨ ਹੈ। ਮੈਂ ਇਸ ਤੋਂ ਬਾਅਦ ਉਹਨੂੰ ਕੁਝ ਨਹੀਂ ਕਹਿ ਸਕਦਾ। ਬਾਕੀ ਸਰਕਾਰਾਂ ਨੂੰ ਇਹੋ ਜਿਹੇ ਬੰਦਿਆਂ ਦੇ ਉੱਤੇ ਅੰਕੁਸ਼ ਲਗਾਉਣਾ ਚਾਹੀਦਾ ਵਾ। ਤੇ ਜੇ ਮੇਰਾ ਇਹ ਮੰਨਣਾ ਕਿ ਆਉਣ ਵਾਲੇ ਸਮੇਂ 'ਚ ਜਾਂ ਹੁਣ ਵੀ ਜਿਹੜਾ ਅਜੀਤ ਡੋਵਾਲ ਜੀ ਇਹਨੂੰ ਆਪਣੇ ਹੱਥ 'ਚ ਖਾਲਿਸਤਾਨੀ ਮੂਵਮੈਂਟ ਨੂੰ ਲੈ ਚੁੱਕੇ ਨੇ, ਇਹਨਾਂ ਦੇ ਨਤੀਜੇ ਬੜੀ ਜਲਦੀ ਜਿਹੜੇ ਆ ਨਾ ਉਹ ਸਾਡੇ ਅੱਗੇ ਆ ਜਾਣਗੇ। ਇਹ ਲੱਭਿਆ ਨਹੀਂ ਲੱਭਣੇ ਇਹੋ ਜਿਹੇ। ਆਪ ਤੂੰ ਭਗੌੜਾ ਹੋਇਆ ਫਿਰਦਾ, ਲੋਕ ਕੇ ਵੀਡੀਓ ਬਣਾਉਂਦੇ, ਪਤਾ ਨਹੀਂ ਕੀ ਤੂੰ ਹੈ ਕੀ ਆ। ਉਹ ਨਾ ਮੂੰਹ ਨਾ ਮੱਥਾ ਤੇ ਜਿੰਨ ਪਾੜੋ ਲੱਥਾ, ਸ਼ਕਲ ਉਹਦੀ ਵੇਖ ਕੇ ਤੇ ਉਲਟੀ ਆਉਣ ਨੂੰ ਦਿਲ ਕਰਦਾ ਵਾ ਏਦਾਂ ਦਾ। ਤੇ ਸਿੱਖੀ ਦੀ ਗੱਲ ਕਰਦਾ ਤੇ ਪੱਗ ਉਹਦੇ ਸਿਰ ਤੇ ਨਹੀਂ ਮੈਂ ਕਦੀ ਵੇਖੀ। ਉਹ ਇੱਕ ਘਟੀਆ ਆਦਮੀ ਆ। ਉਹਦੀ ਚਰਚਾ ਕਰਕੇ ਮੈਨੂੰ ਲੱਗਦਾ ਅਸੀਂ ਆਪਣਾ ਸਮਾਂ ਵੇਸਟ ਕਰਦੇ ਆ। ਔਰ ਉਹੋ ਜਿਹੇ ਬੰਦੇ ਦਾ ਨਾਂ ਲੈ ਕੇ ਤੇ ਮੈਨੂੰ ਲੱਗਦਾ ਵੀ ਸਾਨੂੰ ਰਾਤ ਨੂੰ ਰੋਟੀ ਵੀ ਸ਼ਾਇਦ ਨਾ ਨਸੀਬ ਹੋਵੇ, ਏਡਾ ਉਹ ਘਟੀਆ ਆਦਮੀ ਆ। ਮਹਿੰਦਰੋ ਜੀ, ਕਿਵੇਂ ਦੇਖਦੇ ਹੋ ਕਮਰ ਮੰਜ਼ਲ ਜੀ ਦੇ ਜਜ਼ਬਾਤਾਂ ਨੂੰ ਤੇ ਇਹ ਜਿਹੜੀ ਆ ਇਸ ਤਰ੍ਹਾਂ ਨਾਅਰੇ ਲਿਖਣ ਨੂੰ? ਕਿਉਂਕਿ ਮੁੱਦਾ ਮੇਰੇ ਸਮਝ ਨਹੀਂ ਆਇਆ ਕਿ ਪੰਜਾਬ 'ਚ ਇੱਕ ਪਾਸੇ ਹੜ੍ਹ ਆ, ਤਰਾਸਦੀ ਹੈ। ਪੰਜਾਬੀ ਤਾਂ ਚਾਹੇ ਜਿੱਥੇ ਮਰਜ਼ੀ ਸੰਸਾਰ 'ਚ ਵਸਦਾ ਹੋਵੇ, ਉਹ ਇਸ ਗੱਲ ਲਈ ਜਾਣਿਆ ਜਾਂਦਾ ਕਿ ਉਹ ਕਿਤੇ ਵੀ ਜਿਹੜੀ ਜਿੱਥੇ ਸੇਵਾ ਦੀ ਉਹਦੀ ਜ਼ਰੂਰਤ ਹੈ ਉੱਥੇ ਪਹੁੰਚ ਜਾਂਦਾ ਉਹ। ਤੇ ਕੀ ਗੱਲ ਆ, ਇਹ ਗੁਰਪਤਵੰਤ ਪੰਨੂ ਜੀ ਤੇ ਸਾਥੀ ਨੇ ਜਿਹੜੇ ਇਹ ਸੇਵਾ ਵਾਲੇ ਕਾਰਜ ਵਾਲੇ ਪਾਸੇ ਥੋੜਾ ਘੱਟ ਨਜ਼ਰ ਆ ਰਹੇ ਨੇ ਤੇ ਕ੍ਰਿਕਟ ਦਾ ਜ਼ਿਆਦਾ ਉਹ ਮੈਦਾਨ ਦਾ ਜ਼ਿਆਦਾ ਫਿਕਰ ਪੈ ਗਿਆ ਕਿ ਭਾਰਤ ਵਿੱਚ ਵਰਲਡ ਕੱਪ ਜਿਹੜਾ ਉਹਨੂੰ ਰੋਕਿਆ ਕਿਵੇਂ ਜਾਵੇ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਇਸ ਦਾ ਕਾਰਨ ਇੱਕੋ ਹੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਉਹ ਕੋਈ ਸਿੱਖ ਨਹੀਂ ਹੈ। ਕਿਉਂਕਿ ਜਿਹੜਾ ਸੱਚਾ ਸਿੱਖ ਹੈ
ਉਹ ਮੁਸੀਬਤ ਦੇ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਹੈ। ਉਹ ਕਦੇ ਵੀ ਉਸ ਟਾਈਮ ਦੇ ਉੱਤੇ ਇਹ ਮੰਗ ਨਹੀਂ ਕਰਦਾ ਕਿ ਇਸ ਚੀਜ਼ ਦੇ ਵਿੱਚੋਂ ਮੈਨੂੰ ਕੁਝ ਦਿੱਤਾ ਜਾਵੇ। ਉਹ ਤਾਂ ਸਗੋਂ ਆਪਣੇ ਘਰੋਂ ਲਾ ਕੇ ਉਹ ਜਿਹੜਾ ਆ ਸਮੁੱਚੇ ਸਮਾਜ ਦੀ ਸੇਵਾ ਦੇ ਲਈ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਸੱਚਾ ਸੇਵਕ। ਰਹੀ ਗੱਲ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੀ ਖੇਡ ਦੇ ਨਾਲ ਗੱਲ ਹੈ, ਕਿਉਂਕਿ ਹੁਣ ਉਹਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਗੱਲ ਕਰਨ ਨੂੰ, ਨਾ ਕੇਂਦਰ ਸਰਕਾਰ ਦੇ ਵੱਲੋਂ ਤੇ ਨਾ ਪੰਜਾਬ ਸਰਕਾਰ ਦੇ ਵੱਲੋਂ ਜਿਹਦੇ ਉੱਤੇ ਉਹ ਕੋਈ ਗੱਲ ਕਰਕੇ ਕੋਈ ਗੱਲ ਬਣਾ ਸਕੇ। ਤਾਂ ਹੁਣ ਜਿਸ ਚੀਜ਼ ਨੂੰ ਦੁਨੀਆ ਭਰ ਦੇ ਵਿੱਚ ਪਿਆਰ ਕੀਤਾ ਜਾਂਦਾ, ਖੇਡਾਂ ਨੂੰ, ਪਰਿਵਾਰ ਆਪਣੇ ਬੱਚਿਆਂ ਤੱਕ ਨੂੰ ਕਹਿੰਦੇ ਆ ਕਿ ਤੁਸੀਂ ਖੇਡਾਂ ਦੇ ਵਿੱਚ ਹਿੱਸਾ ਲਓ, ਔਰ ਸਰਕਾਰਾਂ ਉਹਨਾਂ ਦੇ ਉੱਤੇ ਕਰੋੜਾਂ ਰੁਪਈਆ ਖਰਚ ਕਰਦੀਆਂ ਕਿ ਤੁਸੀਂ ਖੇਡਾਂ ਨੂੰ ਡਿਵੈਲਪ ਕਰਕੇ ਯੂਥ ਨੂੰ ਸਟਰੋਂਗ ਕਰੋ ਤਾਂ ਕਿ ਦੇਸ਼ ਔਰ ਸਮਾਜ ਜਿਹੜਾ ਸਟਰੋਂਗ ਹੋ ਸਕੇ। ਔਰ ਕ੍ਰਿਕਟ ਜਿਹੜੀ ਇੱਕ ਐਸੀ ਖੇਡ ਬਣ ਚੁੱਕੀ ਹੈ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕਪ੍ਰਿਯ ਹੈ। ਉਹਦਾ ਅਗਰ ਮੈਚ ਪੰਜਾਬ ਦੇ ਵਿੱਚ ਹੁੰਦੇ ਆ ਤਾਂ ਉਹ ਜਿਹੜੇ ਹੈ ਪੰਜਾਬ ਦੀ ਹੋਰ ਵੀ ਜ਼ਿਆਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ। ਤੇ ਲੇਕਿਨ ਚੰਦ ਲੋਕਾਂ ਨੂੰ, ਜਿਸ ਤਰ੍ਹਾਂ ਮੰਜ਼ਲ ਸਾਹਿਬ ਨੇ ਕਿਹਾ ਕਿ ਹਾਇਰ ਕਰਕੇ ਕਿਤੇ ਬਾਹਰੋਂ ਬੈਠ ਕੇ ਹਨੇਰੇ ਸਵੇਰੇ ਕਿਤੇ 4 ਜਗ੍ਹਾ ਦੇ ਉੱਤੇ ਨਾਰੇ ਲਿਖਵਾਦੇ ਨੇ ਤੇ ਬਾਅਦ ਚ ਉਹਨੂੰ ਕਹਿਣਾ ਮੈਂ ਜ਼ਿੰਮੇਵਾਰ ਹਾਂ। ਅਗਰ ਇਹ ਜ਼ਿੰਮੇਵਾਰੀ ਲੈਣ ਦੀ ਐਡੀ ਕਾਬਲੀਅਤ ਹੋਵੇ ਨਾ ਤਾਂ ਮੈਂ ਸਮਝਦਾ ਕਿ ਉੱਥੋਂ ਚੁੱਪ ਕਰਕੇ ਟਿਕਟ ਲੈਣ ਤੇ ਪੰਜਾਬ ਚ ਆ ਜਾਣ ਤੇ ਆ ਕੇ ਇੱਥੇ ਜਿੱਦਾਂ ਆਪ ਗੱਲ ਕਰਨ, ਸਰਕਾਰਾਂ ਨਾਲ ਵੀ ਗੱਲ ਕਰਨ ਤੇ ਸਮਾਜਿਕ ਜਥੇਬੰਦੀਆਂ ਨਾਲ ਵੀ ਗੱਲ ਕਰਨ। ਤੇ ਇੰਨੇ ਜੋਗੇ ਉਹ ਹੈ ਨਹੀਂ, ਤੇ ਕਿਉਂਕਿ ਉਹ ਸੱਚੇ ਸਿੱਖ ਨਹੀਂ ਹੈਗੇ ਤੇ ਇਸ ਕਰਕੇ ਇਹ ਸਿਰਫ ਚੰਦ ਲੋਕਾਂ ਦੀ ਗੱਲ ਹੈ। ਸੱਚਾ ਸਿੱਖ ਕਦੇ ਵੀ ਨਾ ਤਾਂ ਇਹਨਾਂ ਦੇ ਨਾਲ ਸੀਗਾ, ਨਾ ਹੈਗਾ ਤੇ ਨਾ ਹੋਏਗਾ। ਬਸ ਇਹਦੇ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹਨਾਂ ਨੂੰ। ਪਰ ਸਰਕਾਰ ਨੂੰ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਲ ਲੈਵਲ ਤੇ ਇਸ ਟਾਈਮ ਪੰਜਾਬ ਦੇ ਵਿੱਚ, ਉਹਨੂੰ ਚਾਹੀਦਾ ਕਿ ਉਹ ਆਪਣਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਔਰ ਆਪਣੇ ਜਿਹੜਾ ਉਹਨਾਂ ਦਾ ਸੂਚਨਾ ਤੰਤਰ ਹੈ ਉਹਨੂੰ ਇਸ ਤਰੀਕੇ ਨਾਲ ਸਥਾਪਿਤ ਕਰਨ ਤਾਂ ਕਿ ਏਦਾਂ ਦੇ ਲੋਕ ਜਿੱਥੇ ਵੀ ਕਿਤੇ ਸਾਜ਼ਿਸ਼ਾਂ ਰਚਦੇ ਨੇ ਉਹਨਾਂ ਨੂੰ ਪਹਿਲਾਂ ਹੀ ਫੜ ਲਿਆ ਜਾਵੇ ਔਰ ਜਾਂ ਮੌਕੇ ਤੇ ਕੰਮ ਕਰਦੇ ਫੜ ਲਿਆ ਜਾਵੇ ਤਾਂ ਕਿ ਨਾਰੇ ਲਿਖ ਕੇ ਭੱਜ ਨਾ ਸਕਣ। ਐਸਾ ਤੰਤਰ ਜਿਹੜਾ ਹੈ ਇਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜੀ ਕੰਵਰ ਮੰਜ਼ਲ ਜੀ ਕੁਝ ਕਹਿਣਾ ਚਾਹੁੰਦੇ? ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜਿਹੜੇ ਆਪਣਿਆਂ ਨੂੰ ਸਿੱਖ ਕਹਿ ਕੇ ਸਿੱਖੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੇਰਾ ਇਹ ਮੰਨਣਾ ਇਸ ਹਿੰਦੁਸਤਾਨ ਵਾਸਤੇ ਗੁਰੂ ਨਾਨਕ ਸਾਹਿਬ ਦੀ ਅਲਫਾਸੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਸਭ ਤੋਂ ਪਹਿਲਾਂ ਬਗਾਵਤ ਦੇ ਸੁਰ ਗੁਰੂ ਨਾਨਕ ਸਾਹਿਬ ਨੇ ਚੁੱਕੇ ਔਰ ਮੁਗਲਾਂ ਦੇ ਖਿਲਾਫ ਆਪਣੀ ਆਵਾਜ਼ ਚੁੱਕੀ। ਇਸ ਹਿੰਦੁਸਤਾਨ ਦੀ ਸ਼ਾਨ ਦੀ ਖਾਤਰ ਕਲਗੀਧਰ ਪਾਤਸ਼ਾਹ ਨੇ ਪਿਤਾ ਵਾਰਿਆ, 4 ਬੱਚੇ ਵਾਰੇ ਆਪਣੇ। ਇਹ ਸਿੱਖੀ ਦੀ ਪਰਿਭਾਸ਼ਾ ਕੁਰਬਾਨੀ ਹੈ। ਇਹ ਖਾਲਿਸਤਾਨ ਦੇ ਨਾਰੇ ਲਿਖਣੇ, ਬੰਬ ਚਲਾਣੇ ਜਾਂ ਲੋਕਾਂ ਨੂੰ ਧਮਕੀਆਂ ਦੇਣੀਆਂ, ਇਹ ਸਿੱਖਾਂ ਦੀ ਪਰਿਭਾਸ਼ਾ ਨਹੀਂ। ਸਿੱਖ ਕੌਮ ਹੈ ਜਿਹਦੇ ਵਿੱਚ 5 ਸਾਲ 7 ਸਾਲ ਦੀ ਉਮਰ ਦੇ ਬੱਚੇ ਨੀਹਾਂ 'ਚ ਚਿਣੇ ਜਾਂਦੇ ਨੇ, ਪਰ ਲੇਕਿਨ ਹਿੰਦੁਸਤਾਨ ਦੀ ਸ਼ਾਨ ਨੂੰ ਨੀਵਾਂ ਨਹੀਂ ਹੋਣ ਦਿੰਦੇ। ਇਸ ਦੇਸ਼ ਦਾ ਰੁਤਬਾ ਨਹੀਂ ਘਟਣ ਦਿੰਦੇ। ਆਪਣੇ ਲੋਕਾਂ ਦੇ ਖਿਲਾਫ ਨਹੀਂ ਖੜੋਂਦੇ, ਲੋਕਾਂ ਦੇ ਹੱਕ 'ਚ ਖੜੋਂਦੇ ਨੇ। ਔਰ ਇਹ ਖਾਲਿਸਤਾਨੀ ਜਿਹੜੇ ਵੀ ਗੁਰਪਤਵੰਤ ਪੰਨੂ ਵਰਗੇ ਜਿਹੜੇ ਨੇ, ਇਹ ਸਿਰਫ ਇੱਕ ਕੰਮ ਦੇ ਉੱਤੇ ਧਿਆਨ ਦਿੰਦੇ ਨੇ ਕਿ ਕਿਹੜਾ ਵੇਲਾ ਹੋਵੇ ਅਸੀਂ ਆਪਣੇ ਦੇਸ਼ ਦੇ ਲੋਕਾਂ ਦਾ ਕਿੱਦਾਂ ਨੁਕਸਾਨ ਕਰ ਸਕਦੇ ਹਾਂ। ਇਹ ਸਿਰਫ ਇਸ ਗੱਲ ਤੇ ਧਿਆਨ ਦਿੰਦੇ ਨੇ। ਇਸ ਲਈ ਇਹਨਾਂ ਨੂੰ ਬਿਲਕੁਲ ਸੀਰੀਅਸ ਲੈਣ ਦੀ ਲੋੜ ਨਹੀਂ। ਔਰ ਮੈਂ ਇਹ ਮੰਗ ਕਰਦਾ ਕਿ ਸਰਕਾਰਾਂ ਇਹਨਾਂ ਦੇ ਸਖਤ ਤੋਂ ਸਖਤ ਕਦਮ ਚੁੱਕਣ। ਬੇਸ਼ੱਕ ਕੰਵਰ ਮੰਜ਼ਲ ਜੀ, ਤੁਸੀਂ ਤਾਂ ਕਹਿ ਰਹੇ ਹੋ ਕਿ ਇਹਨਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ, ਪਰ ਮੈਂ ਸਮਝਦਾ, ਸਾਨੂੰ ਲੱਗਦਾ ਹੈ ਤੁਹਾਡੀਆਂ ਗੱਲਾਂ ਬਾਤਾਂ ਤੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਮੱਦੇ ਨਜ਼ਰ ਤੇ ਇਹੋ ਦੇਖਣ ਨੂੰ ਨਜ਼ਰ ਆ ਰਿਹਾ ਕਿ ਜਿਸ ਤਰੀਕੇ ਨਾਲ ਕ੍ਰਿਕਟ ਮੈਚ ਨੂੰ, ਜਿਹੜਾ ਵਰਲਡ ਕੱਪ ਨੂੰ ਇੱਕ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਖਿਲਾਫ ਵੀਡੀਓ ਪਾਏ ਜਾ ਰਹੇ ਨੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਖਬਰਾਂ 'ਚ ਬਣੇ ਰਹਿਣ ਦਾ ਇੱਕ ਤਰੀਕਾ ਹੈ। ਇਹ PR ਦਾ ਇੱਕ ਸਿਸਟਮ ਹੈ ਕਿ ਤੁਸੀਂ ਖਬਰਾਂ 'ਚ ਕਿਵੇਂ ਬਣੇ ਰਹਿਣਾ। ਖਬਰਾਂ 'ਚ ਬਣੇ ਰਹਿ ਕੇ ਤੁਹਾਨੂੰ ਬਹੁਤ ਸਾਰੇ ਜਿਹੜੇ ਫਾਇਦੇ ਮਿਲਦੇ ਨੇ ਉਹਨਾਂ ਨੂੰ ਯਕੀਨੀ ਬਣਾਉਣ ਵਾਸਤੇ ਤੁਸੀਂ ਕੰਮ ਕਰਦੇ ਹੋ। ਬਾਕੀ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਇਹਦਾ ਸਿੱਖੀ ਦੇ ਮਹਾਨ ਫਲਸਫੇ ਦੇ ਨਾਲ ਇਦਾਂ ਦੀਆਂ ਹਰਕਤਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਗੱਲ ਤੇ ਸਾਨੂੰ ਸਾਰਿਆਂ ਨੂੰ ਕਬੂਲ ਹੈ। ਪਰ ਨਾਲ ਦੀ ਨਾਲ ਇਹ ਵੀ ਗੱਲ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਬੰਦੇ ਨੂੰ ਸੱਚਮੁੱਚ ਸੀਰੀਅਸਲੀ ਲੈਣਾ ਚਾਹੀਦਾ। ਪਰ ਇਹ ਸੀਰੀਅਸਲੀ ਲੈਣਾ ਚਾਹੀਦਾ ਸਾਡੀ ਭਾਰਤ ਸਰਕਾਰ ਨੂੰ ਔਰ ਨਾਲ ਜਿਹੜੀ ਵਿਦੇਸ਼ ਜਿਹੜੇ ਵੀ ਮੁਲਕਾਂ 'ਚ ਜਾ ਕੇ ਵਸਦੇ ਆ ਤੇ ਉਹਨਾਂ ਦੀਆਂ ਸਰਕਾਰਾਂ ਨੂੰ ਇਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਕਿ ਇਹਨਾਂ ਦਾ ਜਿਹੜਾ ਪ੍ਰੋਪਰ ਇਲਾਜ ਕਰਨਾ ਚਾਹੀਦਾ, ਇਹਨਾਂ ਨੂੰ ਡਿਫਿਊਜ਼ ਕਰਨਾ ਚਾਹੀਦਾ। ਜਿਹੜੇ ਇਹ ਇਸ ਤਰ੍ਹਾਂ ਬਾਹਰ ਬੈਠ ਕੇ, ਜਿਵੇਂ ਤੁਸੀਂ ਗੱਲ ਕਹੀ ਹੈ, ਪੰਜਾਬ ਨੂੰ ਗੜਬੜ ਦੇ ਹਾਲਾਤ ਵਿੱਚ ਲਿਜਾਣ ਵਾਸਤੇ ਜਿਹੜੇ ਤਿਆਰ ਰਹਿੰਦੇ ਨੇ ਲੋਕ,
ਉਹਨਾਂ ਦੇ ਉੱਤੇ ਜਿਹੜਾ ਧਿਆਨ ਰੱਖਣ ਦੀ ਲੋੜ ਹੈ। ਤੇ ਨਾਲ ਦੇ ਨਾਲ ਸਾਨੂੰ ਸਮੂਹ ਸਿੱਖਾਂ ਨੂੰ, ਸਿੱਖ ਭਾਈਚਾਰੇ ਨੂੰ ਵੀ ਇਹਨਾਂ ਲੋਕਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ। ਇਹਨਾਂ ਨੂੰ ਆਪਣੇ ਹਿਤੈਸ਼ੀ ਨਹੀਂ ਮੰਨਣਾ ਚਾਹੀਦਾ। ਇਹਨਾਂ ਦੀ ਸੱਚਾਈ ਜਿਹੜੀ ਆ ਉਹਨੂੰ ਜਾਣ ਕੇ ਸੱਚਾਈ ਦੇ ਹਿਸਾਬ ਨਾਲ ਸਾਨੂੰ ਫੈਸਲਾ ਕਰਨਾ ਪਏਗਾ ਕਿ ਅਸੀਂ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹਨਾਂ ਦੇ ਬਹਿਕਾਵੇ ਵਿੱਚ ਆਉਣ ਤੋਂ ਆਪਾਂ ਕਿਵੇਂ ਰੋਕਣਾ। ਜੇ ਅਸੀਂ ਅੱਜ ਪੰਜਾਬ ਦੇ ਜਵਾਨੀ ਨੂੰ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਕੀਤੀਆਂ ਹਰਕਤਾਂ ਦੇ ਉਹਨਾਂ ਪ੍ਰਤੀ ਸੀਰੀਅਸਲੀ ਨਹੀਂ ਲੈਂਦੇ ਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਆ ਉਹ ਆਪਣੇ ਫਰਜ਼ਾਂ ਤੋਂ ਵੀ ਮੁਨਕਰ ਹੋ ਰਹੇ ਹੋਵਾਂਗੇ ਤੇ ਅਸੀਂ ਆਪਣੇ ਸਿੱਖੀ ਦੇ ਫਲਸਫੇ ਤੋਂ, ਸਪਿਰਿਟ ਤੋਂ ਵੀ ਜਿਹੜਾ ਉਹ ਅਸੀਂ ਪਾਸੇ ਹੋ ਰਹੇ ਹੋਵਾਂਗੇ। ਤੇ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਅਸੀਂ ਇਨਸਾਨੀਅਤ ਦਾ ਜਿਹੜਾ ਮਾਪਦੰਡ ਹੈ ਉਹਦੇ ਉੱਤੇ ਵੀ ਜਿਹੜੇ ਆ ਉਹ ਖਰੇ ਨਹੀਂ ਉਤਰਵਾਂਗੇ। ਦੇਸ਼ ਪ੍ਰੇਮ ਦੀ ਜਿਹੜੀ ਇਬਾਰਤ ਹੈ, ਸਿੱਖ ਫਲਸਫਾ ਜਿਸ ਕੰਮ ਲਈ ਜਾਣਿਆ ਜਾਂਦਾ, ਜਿਵੇਂ ਤੁਸੀਂ ਗੱਲ ਕਹੀ ਹਿੰਦੁਸਤਾਨ ਡਰਾਇਆ ਤੋਂ ਲੈ ਕੇ ਕੁਰਾਨ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਫਿਰ ਹੋਰ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ, ਆਜ਼ਾਦੀ ਘੁਲਾਟੀ ਹੈ ਸਾਡੇ ਸਾਰੇ ਜਿਹੜੇ ਪੰਜਾਬੀ ਔਰ ਸਿੱਖ ਨੇ ਹਰ ਕਤਾਰ ਵਿੱਚ ਸਭ ਤੋਂ ਮੂਹਰੇ ਰਹਿਣ ਵਾਲੇ ਸਿੱਖ ਨੇ। ਤੇ ਮੈਨੂੰ ਲੱਗਦਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦੀਆਂ ਹਰਕਤਾਂ ਨਾਲ ਅਸੀਂ ਆਪਣੇ ਉਹ ਜਿਹੜੇ ਮਹਾਨ ਸ਼ਹੀਦ ਹੈ ਗੁਰੂ ਸਾਹਿਬਾਨ ਦਾ ਫਲਸਫਾ ਉਹਨੂੰ ਦਾਗ ਨਹੀਂ ਲੱਗਣ ਦੇਵਾਂਗੇ। ਇਸ ਲਈ ਸਾਨੂੰ ਇਸ ਮੁੱਦੇ ਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਇਦਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹਦਾ ਆਪਣੇ ਪੱਧਰ ਤੇ ਕਿਸੇ ਵੀ ਤਰੀਕੇ ਨਾਲ ਹੋਵੇ ਉਹਨੂੰ ਸੱਚ ਉਹਦਾ ਜਿਹੜਾ ਉਹ ਜ਼ਰੂਰ ਬਿਆਨ ਕਰਨ ਲਈ ਅੱਗੇ ਆਉਣਾ ਚਾਹੀਦਾ। ਇੱਥੇ ਇੰਨੀ ਗੱਲਬਾਤ ਖਤਮ ਕਰਦੇ ਹੋਏ ਅਸੀਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।